सत श्री अकाल जी। तुहाडे अपने चैनल ते एक बार फिर तो तुहाडा स्वागत है। तो अज की इस वीडियो दे विच असीं समाजिक सिक्ख्या नाल संबंधित कुछ महत्वपूर्ण टॉपिक डिस्कस करांगे। चलो शुरू करते हैं जी। समाज शास्त्र के अध्यापन विच प्रोजैक्ट विधि की वरतों लई हेठ दिते पड़ावां नूं क्रमवार ढंग दे नाल अरेंज करो। स्क्रीन ते जिहड़े तुहानूं स्टैप दिते हुए ने कि प्रोजैक्ट विधि हुंदी की है। जिहड़ा प्रोजैक्ट मैथड है ये एक स्टूडेंट सेंटर्ड मैथड है। ਇਹਦੇ ਵਿੱਚ ਤੁਸੀਂ ਬੱਚੇ ਨੂੰ ਕੁਦਰਤੀ ਮਾਹੌਲ ਦੇ ਵਿੱਚ ਪ੍ਰੈਕਟੀਕਲ ਹੈਂਡਲਿੰਗ ਦੇ ਨਾਲ ਗਿਆਨ ਅਤੇ ਹੁਨਰ ਨੂੰ ਸਿਖਾਇਆ ਜਾਂਦਾ। ਇਹ ਵਿਦਿਆਰਥੀਆਂ ਦੇ ਵਿੱਚ ਕ੍ਰੀਏਟਿਵਿਟੀ ਨੂੰ ਅਤੇ ਉਤਸੁਕਤਾ ਨੂੰ ਪੈਦਾ ਕਰਦਾ। ਇਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਹੁੰਦਾ ਜੀ ਸਥਿਤੀ ਪ੍ਰਦਾਨ ਕਰਨਾ। ਅਧਿਆਪਕ ਨੂੰ ਵਿਦਿਆਰਥੀਆਂ ਨੂੰ ਅਜਿਹੀਆਂ ਸਥਿਤੀਆਂ ਪ੍ਰਦਾਨ ਕਰਦੀਆਂ ਚਾਹੀਦੀਆਂ ਹਨ ਜੋ ਢੁਕਵੇਂ ਸਵਾਲ ਪੈਦਾ ਕਰਦੀਆਂ ਹੋਣ, ਜਿਨ੍ਹਾਂ ਦੇ ਜਵਾਬ ਵਿਦਿਆਰਥੀ ਚਾਹੁੰਦੇ ਹੋਣ। ਉਸ ਤੋਂ ਬਾਅਦ ਦੂਸਰਾ ਹੈ ਜੀ ਕਿ ਪ੍ਰੋਜੈਕਟ ਦੀ ਚੋਣ ਅਤੇ ਉਦੇਸ਼। ਪ੍ਰੋਜੈਕਟ ਦੀ ਚੋਣ ਜਿਹੜੀ ਹੈ ਇਹ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਰੁਚੀਆਂ ਦੇ ਅਨੁਸਾਰ ਉਹਨੂੰ ਚੰਗੇ ਪ੍ਰੋਜੈਕਟ ਦੀ ਚੋਣ ਵਿੱਚ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਉਹਨਾਂ ਉੱਤੇ ਕੋਈ ਪ੍ਰੋਜੈਕਟ ਥੋਪਣਾ ਨਹੀਂ ਚਾਹੀਦਾ, ਉਹਨਾਂ ਨੂੰ ਇੱਕ ਗਾਈਡ ਕਰਨਾ ਚਾਹੀਦਾ ਕਿ ਤੁਸੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਲਓ। ਉਸ ਤੋਂ ਬਾਅਦ ਹੈ ਜੀ ਪ੍ਰੋਜੈਕਟ ਦੀ ਯੋਜਨਾਬੰਦੀ। ਪ੍ਰੋਜੈਕਟ ਨੂੰ ਇੱਕ ਪ੍ਰੈਕਟੀਕਲ ਤਰੀਕੇ ਦੇ ਨਾਲ ਕਰਨ ਦੇ ਲਈ ਇੱਕ ਯੋਜਨਾ ਜਿਹੜੀ ਹੈ ਉਹ ਬਣਾਉਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਨੂੰ ਗਾਈਡ ਕਰਨਾ ਚਾਹੀਦਾ ਅਧਿਆਪਕ ਵੱਲੋਂ, ਅਤੇ ਵਿਦਿਆਰਥੀਆਂ ਨੂੰ ਵੀ ਦੱਸਣਾ ਚਾਹੀਦਾ ਕਿ ਆਪਾਂ ਕਿਸ ਤਰ੍ਹਾਂ ਇਹਦੀ ਯੋਜਨਾਬੰਦੀ ਕਰਾਂਗੇ। ਉਸ ਤੋਂ ਬਾਅਦ ਹੈ ਜੀ ਪ੍ਰੋਜੈਕਟ ਨੂੰ ਚਲਾਉਣਾ। ਜੇਕਰ ਪ੍ਰੋਜੈਕਟ ਦੇ ਵਿੱਚ ਇੱਕ ਤੋਂ ਜ਼ਿਆਦਾ ਮੈਂਬਰ ਨੇ ਅਤੇ ਸਮੂਹ ਦੇ ਹਰੇਕ ਮੈਂਬਰ ਦੇ ਜਿਹੜਾ ਐਕਸ਼ਨ ਪਲਾਨ ਹੈ ਉਹਨੇ ਕੀ ਕੰਮ ਕਰਨਾ, ਠੀਕ ਹੈ, ਅਤੇ ਉਹਦੀਆਂ ਯੋਗਤਾਵਾਂ ਅਤੇ ਰੁਚੀਆਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਵੱਖ-ਵੱਖ ਵਿਦਿਆਰਥੀਆਂ ਨੂੰ ਵੱਖ-ਵੱਖ ਕੰਮ ਸੌਂਪੇ ਜਾਣੇ ਚਾਹੀਦੇ ਨੇ। ਉਸ ਤੋਂ ਬਾਅਦ ਹੈ ਕਿ ਪ੍ਰੋਜੈਕਟ ਦਾ ਮੁਲਾਂਕਣ। ਅਧਿਆਪਕ ਦੇ ਨਾਲ ਵਿਦਿਆਰਥੀਆਂ ਨੂੰ ਵੀ ਸਮੇਂ-ਸਮੇਂ 'ਤੇ ਪ੍ਰੋਜੈਕਟ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਪ੍ਰੋਜੈਕਟ ਕਿਸ ਦਿਸ਼ਾ ਵੱਲ ਜਾ ਰਿਹਾ, ਕੀ ਉਹ ਪ੍ਰੋਜੈਕਟ ਆਪਣੇ ਉਦੇਸ਼ਾਂ ਦੀ ਪੂਰਤੀ ਵੱਲ ਜਾ ਰਿਹਾ। ਅਤੇ ਪ੍ਰੋਜੈਕਟ ਦਾ ਮੁਲਾਂਕਣ ਦੇ ਵਿੱਚ ਪ੍ਰਸਤਾਵਿਤ ਯੋਜਨਾ, ਪ੍ਰਤੀਕਿਰਿਆ ਵਿੱਚ ਮੁਸ਼ਕਲਾਂ ਅਤੇ ਪ੍ਰਾਪਤ ਨਤੀਜਿਆਂ ਦੀ ਰੌਸ਼ਨੀ ਦੇ ਵਿੱਚ ਇਹਨੂੰ ਕਰਨਾ ਚਾਹੀਦਾ ਹੈ ਪ੍ਰੋਜੈਕਟ ਦਾ ਮੁਲਾਂਕਣ। ਸਭ ਤੋਂ ਲਾਸਟ ਦੇ ਵਿੱਚ ਆਏਗਾ ਜੀ ਪ੍ਰੋਜੈਕਟ ਦੀ ਰਿਕਾਰਡਿੰਗ। ਵਿਦਿਆਰਥੀਆਂ ਨੇ ਪ੍ਰੋਜੈਕਟ ਦੀ ਚੋਣ ਕਿਵੇਂ ਕੀਤੀ, ਉਹਦੀ ਯੋਜਨਾਬੰਦੀ ਕਿਵੇਂ ਕੀਤੀ, ਉਹਦੇ ਵਿੱਚ ਕੀ ਵਿਚਾਰ ਵਟਾਂਦਰਾ ਕੀਤਾ, ਕਿਹੜੀਆਂ ਕਿਤਾਬਾਂ ਨੂੰ ਦੇਖਿਆ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ, ਕਿੱਥੋਂ ਉਹਨਾਂ ਨੇ ਗਾਈਡੈਂਸ ਲਈ, ਇਹਨਾਂ ਸਾਰਿਆਂ ਦਾ ਜਿਹੜਾ ਵੇਰਵਾ ਹੈ ਇਹ ਪ੍ਰੋਜੈਕਟ ਦੇ ਵਿੱਚ ਪ੍ਰੋਜੈਕਟ ਦੀ ਰਿਕਾਰਡਿੰਗ ਦੇ ਵਿੱਚ ਹੋਏਗਾ। ਯਾਨੀ ਕਿ ਪ੍ਰੋਜੈਕਟ ਦੀ ਰਿਕਾਰਡਿੰਗ ਸਭ ਤੋਂ ਐਂਡ ਦੇ ਵਿੱਚ ਹੋਣੀ ਹੈ ਅਤੇ ਪ੍ਰੋਜੈਕਟ ਦੀ ਸਥਿਤੀ ਪ੍ਰਦਾਨ ਕਰਨਾ ਇਹ ਸਭ ਤੋਂ ਪਹਿਲੇ ਨੰਬਰ 'ਤੇ ਹੋਣਾ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਏ ਆਪਸ਼ਨ, ਬਿਲਕੁਲ ਸਹੀ ਹੋ ਜਾਏਗਾ। ਪਹਿਲਾ ਜਵਾਬ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਮਾਜ ਸ਼ਾਸਤਰ ਵਿੱਚ ਪ੍ਰਾਇਮਰੀ ਸਰੋਤ ਇਹਨਾਂ ਵਿੱਚੋਂ ਕਿਹਨੂੰ ਨਹੀਂ ਮੰਨਿਆ ਜਾਂਦਾ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੋਸ਼ਲ ਸਟੱਡੀ ਦੇ ਵਿੱਚ ਜਿਹੜੇ ਪ੍ਰਾਇਮਰੀ ਸਰੋਤ ਕਿਹੜੇ ਨੇ ਅਤੇ ਸੈਕੰਡਰੀ ਸਰੋਤ ਕਿਹੜੇ ਨੇ, ਇਹਨਾਂ ਨੂੰ ਮੈਂ ਐਕਸਪਲੇਨ ਕੀਤਾ ਹੋਇਆ ਕਿ ਜਿਹੜੇ ਪ੍ਰਾਇਮਰੀ ਸਰੋਤ ਨੇ ਉਹਨਾਂ ਦੇ ਵਿੱਚ ਪ੍ਰਾਇਮਰੀ ਸਰੋਤਾਂ ਵਿੱਚ ਮੂਲ ਕਲਾਕਾਰੀ, ਹੱਥ ਲਿਖਤਾਂ, ਵਿਕਰੀ ਰਸੀਦਾਂ, ਭਾਸ਼ਣ, ਈਮੇਲ, ਫੋਟੋਆਂ, ਡਾਇਰੀਆਂ, ਨਿੱਜੀ ਚਿੱਠੀਆਂ, ਬੋਲੀਆਂ ਕਹਾਣੀਆਂ ਅਤੇ ਡਿਪਲੋਮੈਟਿਕ ਰਿਕਾਰਡ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ। ਸੈਕੰਡਰੀ ਸਰੋਤ ਜਿਹੜੇ ਹੁੰਦੇ ਨੇ ਉਹ ਪ੍ਰਾਇਮਰੀ ਸਰੋਤਾਂ ਦੇ ਉੱਤੇ ਟਿੱਪਣੀ ਜਾਂ ਵਿਆਖਿਆ ਕੀਤੀ ਹੁੰਦੀ ਹੈ। ਜਿਹੜੀ ਪੁਸਤਕ ਸਮੀਖਿਆ ਹੈ ਇਹ ਪ੍ਰਾਇਮਰੀ ਸਰੋਤ ਨਹੀਂ ਹੈ, ਇਹ ਇੱਕ ਸੈਕੰਡਰੀ ਸਰੋਤ ਹੈ, ਠੀਕ ਹੈ ਜੀ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਪੁਸਤਕ ਸਮੀਖਿਆ, ਇਹ ਪ੍ਰਾਇਮਰੀ ਸਰੋਤ ਨਹੀਂ ਹੈ। ਅਗਲਾ ਪ੍ਰਸ਼ਨ ਹੈ ਜੀ ਸਮੂਹ ਵਿੱਚ ਕਿਸੇ ਵੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਪ੍ਰਦਰਸ਼ਨ ਦੇ ਨਿਰਧਾਰਤ ਮਾਪਦੰਡਾਂ ਨਾਲ ਵਿਅਕਤੀਗਤ ਪ੍ਰਦਰਸ਼ਨ ਦੀ ਤੁਲਨਾ ਨੂੰ ਕੀ ਕਿਹਾ ਜਾਂਦਾ ਹੈ। ਹੁਣ ਦੇਖਿਓ ਇਹਦੇ ਵਿੱਚ ਜਿਹੜੇ 4 ਆਪਸ਼ਨ ਆਏ ਨੇ ਨੋਰਮ ਰੈਫਰੈਂਸ ਐਵੈਲੂਏਸ਼ਨ, ਕ੍ਰਾਈਟੀਰੀਅਨ ਰੈਫਰੈਂਸ ਐਵੈਲੂਏਸ਼ਨ, ਸਮੈਟਿਵ ਐਵੈਲੂਏਸ਼ਨ ਅਤੇ ਡਾਇਗਨੋਸਟਿਕ ਐਵੈਲੂਏਸ਼ਨ। ਜਿਹੜੀ ਸਮੈਟਿਵ ਐਵੈਲੂਏਸ਼ਨ ਹੈ ਅਤੇ ਡਾਇਗਨੋਸਟਿਕ ਐਵੈਲੂਏਸ਼ਨ ਹੈ ਇਹਦੇ ਬਾਰੇ ਜਿਹੜੀ ਮੈਂ ਅੱਗੇ ਤੁਹਾਨੂੰ ਵੀਡੀਓ ਦੱਸੀ ਹੈ ਪੈਡਾਗੋਗੀ ਵਾਲੀ, ਉਹਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ ਡਿਸਕਸ ਕਰਾਂਗੇ ਨੋਰਮ ਰੈਫਰੈਂਸ ਐਵੈਲੂਏਸ਼ਨ ਅਤੇ ਕ੍ਰਾਈਟੀਰੀਅਨ ਰੈਫਰੈਂਸ ਐਵੈਲੂਏਸ਼ਨ। ਇਹ ਕੀ ਹੁੰਦੀ ਹੈ ਜੀ। ਜਿਹੜੀ ਨੋਰਮ ਰੈਫਰੈਂਸ ਐਵੈਲੂਏਸ਼ਨ ਹੈ ਇਹਦੇ ਵਿੱਚ ਟੈਸਟ ਕਰਕੇ ਸਕੋਰ ਨੂੰ ਬਾਕੀਆਂ ਨਾਲ ਤੁਲਨਾ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਉਸੇ ਟੈਸਟ ਦੇ ਵਿੱਚ ਭਾਗ ਲਿਆ। ਨੋਰਮ ਰੈਫਰੈਂਸ ਦੇ ਵਿੱਚ ਤੁਸੀਂ ਤੁਲਨਾ ਕਰਦੇ ਹੋ ਬਾਕੀਆਂ ਦੇ ਨਾਲ, ਠੀਕ ਹੈ, ਕਿ ਇਹਨਾਂ ਦੇ ਵਿੱਚੋਂ ਉਹਦੀ ਕੀ ਪੋਜੀਸ਼ਨ ਆਈ ਹੈ। ਅਤੇ ਕ੍ਰਾਈਟੀਰੀਅਨ ਰੈਫਰੈਂਸ ਦੇ ਵਿੱਚ ਤੁਸੀਂ ਪਰਫੋਰਮੈਂਸ ਨੂੰ ਇੱਕ ਓਬਜੈਕਟਿਵ ਸਟੈਂਡਰਡ ਦੇ ਨਾਲ ਤੁਲਨਾ ਕਰਦੇ ਹੋ, ਠੀਕ ਹੈ ਜੀ। ਹੁਣ ਇੱਥੇ ਉਹਨਾਂ ਨੇ ਪੁੱਛਿਆ ਸੀ ਕਿ ਸੈਟ ਆਫ ਸਟੈਂਡਰਡ ਦੇ ਨਾਲ ਜਿੱਥੇ ਆਪਾਂ ਤੁਲਨਾ ਕਰਦੇ ਹਾਂ ਉਹ ਕਿਹੜਾ ਹੈ, ਅਤੇ ਇਹਦਾ ਸਹੀ ਜਵਾਬ ਹੋ ਜਾਏਗਾ ਜੀ ਕ੍ਰਾਈਟੀਰੀਅਨ ਰੈਫਰੈਂਸ ਐਵੈਲੂਏਸ਼ਨ, ਮਾਪਦੰਡ ਹਵਾਲਾ ਮੁਲਾਂਕਣ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਬੀ। ਅਗਲਾ ਪ੍ਰਸ਼ਨ ਹੈ ਜੀ ਹੇਠ ਦਿੱਤੇ ਵਿੱਚੋਂ ਕਿਹੜਾ ਸਮਾਜਿਕ ਵਿਗਿਆਨ ਪੜ੍ਹਾਉਣ ਦੀ ਡਿਡਕਟਿਵ ਮੈਥਡ ਦੀ ਵਿਸ਼ੇਸ਼ਤਾ ਨਹੀਂ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਿਡਕਟਿਵ ਮੈਥਡ ਆਫ ਟੀਚਿੰਗ ਸੋਸ਼ਲ ਸਾਇੰਸ ਕੀ ਹੈ
ਤੇ ਇੰਡਕਟਿਵ ਮੈਥਡ ਆਫ ਟੀਚਿੰਗ ਸੋਸ਼ਲ ਸਾਇੰਸ ਕੀ ਹੈ। ਡਿਡਕਟਿਵ ਮੈਥਡ ਨੂੰ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਆਪਣੇ ਵੱਲੋਂ ਕਿ ਡਿਡਕਟਿਵ ਮੈਥਡ ਦੇ ਵਿੱਚ ਇਹ ਜਿਹੜਾ ਡਿਡਕਟਿਵ ਮੈਥਡ ਹੈ ਇਹ ਇੱਕ ਅਧਿਆਪਕ ਕੇਂਦਰਿਤ ਅਪਰੋਚ ਹੈ। ਠੀਕ ਹੈ, ਇਹ ਟੀਚਰ ਸੈਂਟਰਡ ਹੈ। ਇਹਦੇ ਵਿੱਚ ਨਿਯਮਾਂ ਅਤੇ ਉਦਾਹਰਨਾਂ ਦੀ ਇੱਕ ਲੜੀ ਰਾਹੀਂ ਵਿਦਿਆਰਥੀਆਂ ਨੂੰ ਨਿਊ ਕੰਟੈਂਟ ਪ੍ਰੈਜੈਂਟ ਕਰਨਾ ਸ਼ਾਮਲ ਹੁੰਦਾ। ਵਿਧੀ ਖਾਸ ਤੌਰ 'ਤੇ ਹੌਲੀ ਸਿੱਖਿਆਰਥੀਆਂ ਲਈ, ਜਿਹੜੇ ਸਲੋ ਲਰਨਰ ਨੇ, ਉਹਨਾਂ ਵਾਸਤੇ ਇਹ ਵਿਧੀ ਬਹੁਤ ਹੀ ਜ਼ਰੂਰੀ ਹੈ ਜਾਂ ਢੁਕਵੀਂ ਹੈ, ਜਿਨ੍ਹਾਂ ਨੂੰ ਸਿੱਖਣਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਪਸ਼ਟ ਕਲੀਅਰ ਫਾਊਂਡੇਸ਼ਨ ਦੀ ਲੋੜ ਹੁੰਦੀ ਹੈ। ਉਦਾਹਰਨਾਂ ਅਤੇ ਖਾਸ ਗਤੀਵਿਧੀਆਂ ਰਾਹੀਂ ਜੋ ਵਿਦਿਆਰਥੀਆਂ ਨੇ ਜੋ ਕੁਝ ਸਿੱਖਿਆ ਹੈ ਉਹਨਾਂ ਨੂੰ ਅਭਿਆਸ ਕਰਨ ਲਈ, ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕੀਤੀ ਜਾਂਦੀ ਹੈ। ਅਧਿਆਪਨ ਦੀ ਇਹ ਵਾਲੀ ਵਿਧੀ ਉਹਨਾਂ ਸਿੱਖਿਆਰਥੀਆਂ ਲਈ ਲਾਹੇਵੰਦ ਹੈ ਜੋ ਰਵਾਇਤੀ ਟ੍ਰੈਡੀਸ਼ਨਲ ਅਧਿਆਪਕ ਤਰੀਕਿਆਂ ਤੋਂ ਵਧੇਰੇ ਜਾਣੂ ਹਨ। ਹੁਣ ਇਹਦੇ ਫੀਚਰ ਕਿਹੜੇ ਕਿਹੜੇ ਨੇ? ਇਹਦੇ ਫੀਚਰ ਨੇ ਕਿ ਇਹ ਆਮ ਤੋਂ ਖਾਸ ਵੱਲ ਨੂੰ ਜਾਂਦੀ ਹੈ, ਜਰਨਲ ਟੂ ਪਾਰਟੀਕੂਲਰ ਵੱਲ ਅੱਗੇ ਵੱਧਦੀ ਹੈ। ਇਹ ਸੂਖਮ ਤੋਂ ਸਥੂਲ ਵੱਲ ਅੱਗੇ ਵੱਧਦੀ ਹੈ। ਇਹ ਤੱਥਾਂ ਨੂੰ ਯਾਦ ਕਰਨ ਦੇ ਵਿੱਚ ਉਤਸ਼ਾਹਿਤ ਕਰਦੀ ਹੈ। ਹੁਣ ਇਹਦੇ ਵਿੱਚ ਅਸੀਂ ਦੱਸਣਾ ਸੀ ਕਿ ਡਿਡਕਟਿਵ ਮੈਥਡ ਦੀ ਕਿਹੜਾ ਫੀਚਰ ਨਹੀਂ ਹੈ। ਜਿਹੜਾ ਲਾਸਟ ਵਾਲਾ ਫੀਚਰ ਹੈ, ਇਟ ਇਨਕਰਜ ਡਿਸਕਵਰੀ ਐਂਡ ਸਟਿਮੂਲੇਟ ਇੰਟੈਕਚੁਅਲ ਪਾਵਰ ਆਫ ਦਾ ਸਟੂਡੈਂਟ। ਇਹ ਖੋਜ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਿਦਿਆਰਥੀਆਂ ਦੀ ਬੌਧਿਕ ਸ਼ਕਤੀਆਂ ਨੂੰ ਉਤੇਜਿਤ ਕਰਦਾ ਹੈ। ਇਹ ਡਿਡਕਟਿਵ ਮੈਥਡ ਦਾ ਇੱਕ ਫੀਚਰ ਨਹੀਂ ਹੈ। ਹੁਣ ਇਹਦੇ ਨਾਲ ਹੀ ਆਪਾਂ ਇੰਡਕਟਿਵ ਮੈਥਡ ਬਾਰੇ ਵੀ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ ਕਿ ਇੰਡਕਟਿਵ ਮੈਥਡ ਦੇ ਵਿੱਚ ਕੀ ਹੁੰਦਾ ਹੈ। ਅਧਿਆਪਨ ਦੀ ਇੰਡਕਟਿਵ ਮੈਥਡ ਦੇ ਵਿੱਚ ਸਟੂਡੈਂਟ ਸੈਂਟਰਡ ਅਪਰੋਚ ਹੁੰਦੀ ਹੈ, ਜਿੱਥੇ ਅਧਿਆਪਕ ਉਦਾਹਰਣ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਸਿੱਟੇ ਕੱਢਣ ਅਤੇ ਆਪਣੇ ਨਿਯਮ ਬਣਾਉਣ ਦੀ ਆਗਿਆ ਦਿੰਦਾ ਹੈ। ਇਹ ਸਿੱਖਿਆਰਥੀਆਂ ਨੂੰ ਕ੍ਰਿਟੀਕਲ ਥਿੰਕਿੰਗ, ਪ੍ਰੋਬਲਮ ਸੋਲਵਿੰਗ ਅਤੇ ਐਕਟਿਵ ਪਾਰਟੀਸਪੇਸ਼ਨ ਦੇ ਲਈ ਉਤਸ਼ਾਹਿਤ ਕਰਦਾ ਹੈ। ਇਹ ਇੰਡਕਟਿਵ ਮੈਥਡ ਹੈ ਜੀ। ਡਿਡਕਟਿਵ ਮੈਥਡ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਅਗਲਾ ਪ੍ਰਸ਼ਨ ਹੈ ਜੀ, ਕਿਹੜੀ ਮੁਲਾਂਕਣ ਤਕਨੀਕ ਸਾਈਕੋਮੋਟਰ ਡੋਮੇਨ ਦੇ ਵਿਹਾਰਕ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਢੁਕਵੀਂ ਹੈ। ਵਿਚ evaluation technique is suitable for evaluating the behavioral outcome of psychomotor domain। ਸਾਈਕੋਮੋਟਰ ਡੋਮੇਨ ਦੇ ਵਿੱਚ ਮਨੁੱਖ ਦੇ ਸਰੀਰਕ ਪੱਖ ਜਿਵੇਂ ਗਤੀ, ਤਾਲਮੇਲ ਅਤੇ ਪ੍ਰਤੀਕਿਰਿਆ ਆਦਿ ਸ਼ਾਮਲ ਹੁੰਦਾ ਹੈ। ਇਹ ਕਿਸੇ ਦੀ ਮੋਟਰ ਸਕਿੱਲਸ ਮਤਲਬ ਜੌਹਰ ਦਿਖਾਉਣਾ ਜਾਂ ਹੁਨਰਾਂ ਦੀ ਯੋਗਤਾ ਨੂੰ ਚੈੱਕ ਕਰਨਾ ਜਾਂ ਇਵੈਲੂਏਟ ਕਰਨਾ ਹੁੰਦਾ ਹੈ। ਤੇ ਜੇਕਰ ਤੁਸੀਂ ਸਾਈਕੋਮੋਟਰ ਡੋਮੇਨ ਦਾ ਬਿਹੇਵੀਅਰਲ ਆਊਟਪੁੱਟ ਨੂੰ ਇਵੈਲੂਏਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਸੌਖਾ ਤਰੀਕਾ ਇਹਦੇ ਵਿੱਚ ਹੈ ਆਬਜ਼ਰਵੇਸ਼ਨ ਜਾਂ ਆਬਜ਼ਰਵੇਸ਼ਨਲ ਟੈਕਨੀਕ। ਇਹਦੇ ਵਿੱਚ ਤੁਸੀਂ ਅਸਲ ਜੀਵਨ ਸੈਟਿੰਗ ਦੇ ਵਿੱਚ ਵਿਅਕਤੀ ਦੇ ਵਿਹਾਰ ਨੂੰ ਦੇਖਦੇ ਹੋ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਏ ਆਪਸ਼ਨ, ਆਬਜ਼ਰਵੇਸ਼ਨਲ। ਅਗਲਾ ਪ੍ਰਸ਼ਨ ਹੈ ਜੀ, ਸਮਾਜਿਕ ਵਿਗਿਆਨ ਵਿੱਚ ਪ੍ਰਾਪਤੀ ਪ੍ਰੀਖਿਆ ਦੇ ਨਿਰਮਾਣ ਦੇ ਹੇਠਲੇ ਪੜਾਵਾਂ ਨੂੰ ਕ੍ਰਮਵਾਰ ਢੰਗ ਨਾਲ ਅਰੇਂਜ ਕਰੋ। ਅਰੇਂਜ ਦਾ ਫੋਲੋਇੰਗ ਸਟੈਪ ਆਫ ਕੰਸਟਰਕਸ਼ਨ ਆਫ ਅਚੀਵਮੈਂਟ ਟੈਸਟ ਇਨ ਸੋਸ਼ਲ ਸਾਇੰਸਿਸ ਇਨ ਦਾ ਸੀਕੁਐਂਸ਼ੀਅਲ ਮੈਨਰ। ਪੰਜਵਾਂ ਹੈ ਜੀ, ਸਮਾਜਿਕ ਵਿਗਿਆਨ ਦੇ ਵਿੱਚ ਇੱਕ ਅਚੀਵਮੈਂਟ ਟੈਸਟ ਨੂੰ ਬਣਾਉਣ ਦੇ ਲਈ ਕਿਹੜੇ ਕਿਹੜੇ ਕਦਮ ਨੇ, ਕਿਹੜੇ ਕਿਹੜੇ ਸਟੈਪ ਨੇ, ਉਹ ਇਹ ਨੇ। ਸਭ ਤੋਂ ਪਹਿਲੇ ਨੰਬਰ 'ਤੇ ਹੈ ਜੀ ਉਦੇਸ਼ ਨਿਰਧਾਰਿਤ ਕਰਨਾ। ਸਿੱਖਣ ਦੇ ਉਦੇਸ਼ਾਂ ਅਤੇ ਪ੍ਰੀਖਿਆ ਦੇ ਲੋੜੀਂਦੇ ਨਤੀਜਿਆਂ ਦੀ ਪਛਾਣ ਕਰਨੀ ਇਹਦੇ ਵਿੱਚ ਸ਼ਾਮਲ ਹੁੰਦਾ ਹੈ ਜੀ। ਉਸ ਤੋਂ ਬਾਅਦ ਹੈ ਜੀ ਸਿਲੇਬਸ ਦੀ ਕਵਰੇਜ। ਇਹ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਟੈਸਟ ਵਿੱਚ ਸਿਲੇਬਸ ਦੇ ਸਾਰੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੋਵੇ। ਉਸ ਤੋਂ ਬਾਅਦ ਹੁੰਦਾ ਜੀ ਪ੍ਰਸ਼ਨਾਂ ਦੀਆਂ ਕਿਸਮਾਂ ਬਾਰੇ ਫੈਸਲਾ। ਇਹ ਫੈਸਲਾ ਕਰਨਾ ਹੁੰਦਾ ਹੈ ਕਿ ਕਿਸ ਕਿਸਮ ਦੇ ਪ੍ਰਸ਼ਨ ਆਪਾਂ ਟੈਸਟ ਦੇ ਵਿੱਚ ਪੁੱਛਣੇ ਨੇ। ਆਬਜੈਕਟਿਵ ਟਾਈਪ ਹੋਣਗੇ, ਸ਼ਾਰਟ ਕੁਐਸਚਨ ਹੋਣਗੇ, ਲੌਂਗ ਹੋਣਗੇ, ਜਾਂ ਕਿਹੜੇ ਕੁਐਸਚਨ ਆਪਾਂ ਪੁੱਛਾਂਗੇ। ਉਸ ਤੋਂ ਬਾਅਦ ਹੈ ਜੀ ਸਮੇਂ ਬਾਰੇ ਫੈਸਲਾ। ਇਹ ਨਿਰਧਾਰਿਤ ਕਰਨਾ ਹੁੰਦਾ ਹੈ ਕਿ ਟੈਸਟ ਨੂੰ ਪੂਰਾ ਕਰਨ ਦੇ ਲਈ ਕਿੰਨਾ ਸਮਾਂ ਦਿੱਤਾ ਜਾਵੇਗਾ। ਅੱਗੇ ਹੈ ਜੀ ਬਲੂ ਪ੍ਰਿੰਟ ਦੀ ਤਿਆਰੀ। ਹਰੇਕ ਵਿਸ਼ੇ ਲਈ ਪ੍ਰਸ਼ਨਾਂ ਦੀ ਗਿਣਤੀ ਅਤੇ ਕਿਸਮ ਸਮੇਤ ਟੈਸਟ ਦਾ ਇੱਕ ਬਲੂ ਪ੍ਰਿੰਟ ਜਾਂ ਰੂਪਰੇਖਾ ਬਣਾਉਣੀ ਹੁੰਦੀ ਹੈ। ਅਤੇ ਅਗਲਾ ਹੈ ਜੀ ਆਈਟਮਾਂ ਜਾਂ ਪ੍ਰਸ਼ਨਾਂ ਨੂੰ ਸੰਗਠਿਤ ਅਤੇ ਵਿਵਸਥਿਤ ਕਰਨਾ। ਪ੍ਰਸ਼ਨਾਂ ਨੂੰ ਸੰਗਠਿਤ ਕਰਨਾ ਅਤੇ ਯਕੀਨੀ ਬਣਾਉਣਾ ਕਿ ਉਹਨਾਂ ਨੂੰ ਤਰਕ ਸੰਗਤ ਕ੍ਰਮ ਦੇ ਵਿੱਚ ਅਰੇਂਜ ਕੀਤਾ ਹੋਵੇ। ਇਹਦਾ ਜਿਹੜਾ ਸਹੀ ਜਵਾਬ ਹੋ ਜਾਏਗਾ ਜੀ ਉਹ ਹੋ ਜਾਏਗਾ ਉਦੇਸ਼ ਨਿਰਧਾਰਿਤ ਕਰਨਾ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਏਗਾ ਅਤੇ ਲਾਸਟ ਦੇ ਵਿੱਚ ਆ ਜਾਏਗਾ ਆਈਟਮਾਂ ਜਾਂ ਸਵਾਲਾਂ ਨੂੰ ਸੰਗਠਿਤ ਕਰਨਾ, ਯਾਨੀ ਕਿ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਅਧਿਐਨ ਦੀ ਇੱਕ ਪਹੁੰਚ ਜਿਸ ਵਿੱਚ ਸਿੱਖਿਆਰਥੀਆਂ ਨੂੰ ਉਹਨਾਂ ਦੇ ਅਧਿਆਪਕਾਂ ਦੁਆਰਾ ਦੱਸੇ ਜਾਣ ਦੀ ਬਜਾਏ ਉਹਨਾਂ ਨੂੰ ਆਪਣੇ ਸੁਤੰਤਰ ਯਤਨਾਂ ਨਾਲ ਤੱਥਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਜਾਣਨ ਵਿੱਚ ਸ਼ਾਮਲ ਕਰਨ 'ਤੇ ਮਹੱਤਵਪੂਰਨ ਜ਼ੋਰ ਦਿੱਤਾ ਜਾਂਦਾ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ?
ਇਹਦੇ ਵਿੱਚ ਇੰਡਕਟਿਵ ਮੈਥਡ ਦੀ ਗੱਲ ਹੋਈ ਹੈ, ਇਹਨੂੰ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਡਿਡਕਟਿਵ ਮੈਥਡ ਦੀ ਗੱਲ ਹੋਈ ਹੈ, ਇਹਨੂੰ ਵੀ ਆਪਾਂ ਦੇਖ ਚੁੱਕੇ ਹਾਂ। ਹੁਣ ਅੱਗੇ ਆ ਗਿਆ ਡਿਸਕਵਰੀ ਮੈਥਡ ਅਤੇ ਹਿਊਰਿਸਟਿਕ ਮੈਥਡ। ਜਿਹੜਾ ਡਿਸਕਵਰੀ ਮੈਥਡ ਹੈ ਉਹ ਕੀ ਹੈ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਸ ਸਵਾਲ ਦਾ ਸਹੀ ਜਵਾਬ ਹੈ ਡਿਸਕਵਰੀ ਮੈਥਡ। ਡਿਸਕਵਰੀ ਮੈਥਡ ਦੇ ਵਿੱਚ ਵਿਦਿਆਰਥੀਆਂ ਨੂੰ ਸਿਰਫ ਜਾਣਕਾਰੀ ਦੇਣ ਦੀ ਬਜਾਏ ਖੋਜ ਅਤੇ ਜਾਂਚ ਕਰਨ ਦੇ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ। ਠੀਕ ਹੈ ਜੀ। ਅੱਗੇ ਡਿਸਕਵਰੀ ਮੈਥਡ ਦੇ ਵਿੱਚ ਕਿਹੜੇ ਕਿਹੜੇ ਸਟੈਪ ਨੇ, ਇਹਨਾਂ ਸਾਰਿਆਂ ਬਾਰੇ ਇਹ ਮੈਂ ਲਿਖਿਆ ਹੋਇਆ, ਤੁਸੀਂ ਇਹਨੂੰ ਖੁਦ ਪੜ੍ਹ ਸਕਦੇ ਹੋ ਕਿਉਂਕਿ ਵੀਡੀਓ ਦੀ ਲੈਂਥ ਲੰਬੀ ਹੋ ਰਹੀ ਹੈ, ਤੁਸੀਂ ਕਹਿਣਾ ਕਿ ਜ਼ਿਆਦਾ ਬੋਰ ਕਰ ਰਿਹਾ। ਅਗਲਾ ਪ੍ਰਸ਼ਨ ਹੈ ਜੀ, ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਡਿਸਕਵਰੀ ਮੈਥਡ ਜਾਂ ਖੋਜ ਵਿਧੀ। ਅਗਲਾ ਪ੍ਰਸ਼ਨ ਹੈ, ਰੈਮੀਡੀਅਲ ਟੀਚਰ ਉਪਚਾਰਕ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾਵਾਂ ਨੂੰ ਅਨੁਕੂਲਿਤ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਜਿਹੜਾ ਰੈਮੀਡੀਅਲ ਟੀਚਰ ਹੈ ਇਹਨੇ ਕੀ ਕਰਨਾ ਹੁੰਦਾ ਹੈ, ਇਹ ਦੱਸਦਾ ਜੀ ਇਹਦੀ ਲੋੜ ਕਿੱਥੇ ਪੈਂਦੀ ਹੈ। ਉਪਚਾਰਕ ਅਧਿਆਪਕ ਦੀ ਕਿੱਥੇ ਲੋੜ ਪੈਂਦੀ ਹੈ। ਉਪਚਾਰਕ ਅਧਿਆਪਕ ਉਹਨਾਂ ਵਿਦਿਆਰਥੀਆਂ ਨਾਲ ਕੰਮ ਕਰਦਾ ਜਿਨ੍ਹਾਂ ਨੂੰ ਰਵਾਇਤੀ ਕਲਾਸਰੂਮ ਸੈਟਿੰਗ ਦੇ ਵਿੱਚ ਸਿੱਖਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ। ਉਹਨਾਂ ਨੂੰ ਹਰੇਕ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾਵਾਂ ਨੂੰ ਅਨੁਕੂਲ ਕਰਨ ਲਈ ਪਾਠਕ੍ਰਮ ਨੂੰ ਅਨੁਕੂਲਿਤ ਕਰਨ ਅਤੇ ਸੋਧਣ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਉਹ ਵਿਦਿਆਰਥੀਆਂ ਦੀ ਸਿੱਖਣ ਦੀ ਸ਼ੈਲੀ, ਗਤੀ ਅਤੇ ਵਿਅਕਤੀਗਤ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਗੁੰਝਲਦਾਰ ਸੰਕਲਪਾਂ ਨੂੰ ਛੋਟੇ, ਵਧੇਰੇ ਪ੍ਰਬੰਧਨਯੋਗ ਹਿੱਸਿਆਂ ਦੇ ਵਿੱਚ ਵੰਡਣ ਅਤੇ ਵਿਦਿਆਰਥੀਆਂ ਨੂੰ ਸਮੱਗਰੀ ਨੂੰ ਸਮਝਣ ਦੇ ਵਿੱਚ ਮਦਦ ਕਰਨ ਦੇ ਲਈ ਅਧਿਆਪਨ ਰਣਨੀਤੀਆਂ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਪਾਠਕ੍ਰਮ ਨੂੰ ਅਨੁਕੂਲ ਬਣਾਉਣ ਅਤੇ ਸੋਧ ਕੇ ਉਪਚਾਰਕ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸਿੱਖਣ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਅਤੇ ਅਕਾਦਮਿਕ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਦਾ ਹੈ। ਹੁਣ ਇਹਦੇ ਵਿੱਚ ਜਿਹੜਾ ਰੈਮੀਡੀਅਲ ਟੀਚਰ ਹੈ ਉਹ ਅਨੁਕੂਲ ਵੀ ਕਰੇਗਾ, ਠੀਕ ਹੈ ਜੀ, ਕਰੀਕਲਮ ਨੂੰ ਵਿਦਿਆਰਥੀਆਂ ਦੇ ਅਨੁਕੂਲ ਵੀ ਕਰੇਗਾ ਅਤੇ ਉਹਨਾਂ ਦੇ ਵਿੱਚ ਸੋਧ ਵੀ ਕਰੇਗਾ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਏ ਅਤੇ ਸੀ ਦੋਵੇਂ, ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਵਿਦਿਆਰਥੀ ਦੇ ਵਿਵਹਾਰ ਦੇ ਗੁਣਾਤਮਕ ਅਤੇ ਗਿਣਾਤਮਕ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਚੇਂਜਸ ਦੋਵਾਂ ਤਬਦੀਲੀਆਂ ਦਾ ਮੁੱਲ ਨਿਰਣਾ ਪਾਸ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ। ਜਿਸ ਪ੍ਰੋਸੈਸ ਦੇ ਵਿੱਚ ਤੁਸੀਂ ਵਿਦਿਆਰਥੀਆਂ ਦੇ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਚੇਂਜਸ ਨੂੰ ਜੱਜ ਕਰਦੇ ਹੋ ਉਹਨੂੰ ਆਪਾਂ ਕਹਿੰਦੇ ਹਾਂ ਜੀ ਇਵੈਲੂਏਸ਼ਨ। ਮੁਲਾਂਕਣ ਵਿਦਿਆਰਥੀਆਂ ਦੀ ਤਰੱਕੀ ਅਤੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਹੈ। ਇਸ ਵਿੱਚ ਵਿਦਿਆਰਥੀਆਂ ਦੇ ਵਿਵਹਾਰ, ਹੁਨਰ ਅਤੇ ਗਿਆਨ ਵਿੱਚ ਗੁਣਾਤਮਕ ਅਤੇ ਗਿਣਾਤਮਕ ਤਬਦੀਲੀਆਂ ਦੋਵਾਂ 'ਤੇ ਮੁੱਲ ਨਿਰਣਾ ਕਰਨਾ ਸ਼ਾਮਲ ਹੈ। ਦੋਵਾਂ ਨੂੰ ਆਪਾਂ ਦੱਸਣਾ ਹੈ ਵੀ ਇਹ ਕਿੰਨਾ ਕਿੰਨਾ ਹੋਇਆ। ਮੁਲਾਂਕਣ ਦਾ ਉਦੇਸ਼ ਇਹ ਨਿਰਧਾਰਤ ਕਰਨਾ ਹੈ ਕਿ ਕੀ ਸਿੱਖਣ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਗਿਆ ਹੈ ਅਤੇ ਉਹਨਾਂ ਖੇਤਰਾਂ ਦੀ ਪਛਾਣ ਕਰਨਾ ਹੈ ਜਿੱਥੇ ਸੁਧਾਰ ਦੀ ਲੋੜ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਇਵੈਲੂਏਸ਼ਨ। ਅਗਲਾ ਪ੍ਰਸ਼ਨ ਹੈ ਜੀ, ਸਮਾਜਿਕ ਵਿਗਿਆਨ ਦੀਆਂ ਸਮੱਗਰੀਆਂ ਮਤਲਬ ਕੰਟੈਂਟ ਦੇ ਵਿਦਿਅਕ ਵਿਸ਼ਲੇਸ਼ਣ ਪੈਡਾਗੋਗੀਕਲ ਐਨਾਲਿਸਿਸ ਦੇ ਕੰਮ ਨੂੰ ਸਹੀ ਕ੍ਰਮ ਦੇ ਵਿੱਚ ਲਿਖਣਾ ਹੈ। ਆਪਾਂ ਸਾਨੂੰ ABCD 4 ਸਟੈਪ ਗਿਵਨ ਨੇ, ਉਹਨਾਂ ਨੂੰ ਅਸੀਂ ਤਰਤੀਬਵਾਰ ਕਰਨਾ ਹੈ। ਜਦੋਂ ਅਸੀਂ ਸਮਾਜਿਕ ਸਿੱਖਿਆ ਦੇ ਕੰਟੈਂਟ ਦੇ ਪੈਡਾਗੋਗੀਕਲ ਐਨਾਲਿਸਿਸ ਦੇ ਕੰਮ ਨੂੰ ਕਰਦੇ ਹਾਂ ਤੇ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਕੰਟੈਂਟ ਐਨਾਲਿਸਿਸ ਆਫ ਯੂਨਿਟ ਜਾਂ ਟੌਪਿਕ। ਇਸ ਪੜਾਅ ਵਿੱਚ ਮਹੱਤਵਪੂਰਨ ਕਨਸੈਪਟ ਐਂਡ ਇੰਫੋਰਮੇਸ਼ਨ ਜੋ ਜ਼ਰੂਰੀ ਹੈ ਟੀਚ ਕਰਨ ਲਈ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ। ਅਗਲਾ ਸਟੈਪ ਹੁੰਦਾ ਹੈ ਜੀ ਕੰਟੈਂਟ ਮਟੀਰੀਅਲ ਦੇ ਟੀਚਿੰਗ ਜਾਂ ਇੰਸਟਰੂਮੈਂਟਲ ਆਬਜੈਕਟਿਵ ਨੂੰ ਸੈੱਟ ਕਰਨਾ। ਇੱਥੇ ਕੰਟੈਂਟ ਨੂੰ ਸਿਖਾਉਣ ਦੇ ਉਦੇਸ਼ ਜਾਂ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਤੀਸਰੇ ਨੰਬਰ ਤੇ ਕਨਸੈਪਟ ਆਉਂਦਾ ਹੈ ਜੀ ਸਜੈਸਟਿੰਗ ਮੈਥਡ, ਟੈਕਨੀਕ, ਟੀਚਿੰਗ ਲਰਨਿੰਗ ਐਕਟੀਵਿਟੀਜ਼, ਇਕਵਿਪਮੈਂਟ ਹੈਲਪਫੁਲ ਫਾਰ ਟੀਚਿੰਗ ਲਰਨਿੰਗ ਆਫ ਦਾ ਟੌਪਿਕ। ਇਸ ਸਟੈਪ ਦੇ ਵਿੱਚ ਕੰਟੈਂਟ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿਖਾਉਣ ਲਈ ਉਚਿਤ ਅਧਿਆਪਨ ਵਿਧੀਆਂ ਅਤੇ ਤਕਨੀਕਾਂ ਦੇ ਨਾਲ ਸਿੱਖਣ ਦੀਆਂ ਗਤੀਵਿਧੀਆਂ ਅਤੇ ਉਪਕਰਨਾਂ ਦੀ ਚੋਣ ਕਰਨਾ ਸ਼ਾਮਲ ਹੁੰਦਾ ਹੈ। ਤੇ ਸਭ ਤੋਂ ਲਾਸਟ ਵਾਲਾ ਸਟੈਪ ਹੁੰਦਾ ਹੈ ਸਜੈਸਟਿੰਗ ਐਪਰੋਪ੍ਰੀਏਟ ਇਵੈਲੂਏਸ਼ਨ ਡਿਵਾਈਸਿਸ, ਉਚਿਤ ਮੁਲਾਂਕਣ ਯੰਤਰਾਂ ਦਾ ਸੁਝਾਅ ਦੇਣਾ। ਇਸ ਸਟੈਪ ਦੇ ਵਿੱਚ ਅਧਿਆਪਨ ਅਤੇ ਸਿੱਖਣ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਅਤੇ ਵਿਦਿਆਰਥੀ ਦੀ ਪ੍ਰਗਤੀ ਅਤੇ ਕੰਟੈਂਟ ਦੀ ਸਮਝ ਦਾ ਮੁਲਾਂਕਣ ਕਰਨ ਲਈ ਵਰਤੇ ਜਾਣ ਵਾਲੇ ਤਰੀਕਿਆਂ ਅਤੇ ਸਾਧਨਾਂ ਨੂੰ ਨਿਰਧਾਰਤ ਕਰਨਾ ਸ਼ਾਮਲ ਹੁੰਦਾ ਹੈ। ਇਹਦਾ ਸਹੀ ਕ੍ਰਮ ਹੋ ਜਾਏਗਾ ਜੀ
B, A, D ਤੇ C। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਸਮਾਜਿਕ ਵਿਗਿਆਨ ਵਿੱਚ ਪ੍ਰੋਗਰਾਮਡ ਸਿੱਖਣ ਦਾ ਫਾਇਦਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਹੈ? Which among the following is the advantage of programmed learning in social sciences? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਪ੍ਰੋਗਰਾਮਡ ਲਰਨਿੰਗ ਹੈ ਇਹ ਕੀ ਹੁੰਦੀ ਹੈ, ਇਹਦੇ ਬਾਰੇ ਗੱਲ ਕਰਦੇ ਹਾਂ। ਪ੍ਰੋਗਰਾਮਡ ਲਰਨਿੰਗ ਇੱਕ ਇੰਸਟਰਕਸ਼ਨਲ ਮੈਥਡ ਹੈ ਜੋ ਲਰਨਿੰਗ ਨੂੰ ਸੈਲਫ ਕੰਟੇਨਡ ਯੂਨਿਟ ਜਾਂ ਪ੍ਰੋਗਰਾਮ ਦੇ ਵਿੱਚ ਵੰਡਦੀ ਹੈ। ਇਹ ਸਿੱਖਿਆਰਥੀ ਨੂੰ ਤੁਰੰਤ ਫੀਡਬੈਕ ਪ੍ਰਦਾਨ ਕਰਦੀ ਹੈ ਤੇ ਉਹਨਾਂ ਦੇ ਜਵਾਬ ਦੇ ਆਧਾਰ ਤੇ ਉਹਨਾਂ ਨੂੰ ਅਗਲੇ ਪ੍ਰੋਗਰਾਮ ਲਈ ਗਾਈਡ ਕਰਦੀ ਹੈ। ਪ੍ਰੋਗਰਾਮਡ ਲਰਨਿੰਗ ਜਿਹੜੀ ਹੈ ਇਹ ਇੱਕ ਸਟਰਕਚਰ ਤੇ ਸੈਲਫ ਪੇਸਡ ਸਿੱਖਣ ਦਾ ਤਜਰਬਾ ਪ੍ਰਦਾਨ ਕਰਦੀ ਹੈ, ਲਰਨਿੰਗ ਐਕਸਪੀਰੀਅੰਸ ਪ੍ਰੋਵਾਈਡ ਕਰਦੀ ਹੈ। ਪ੍ਰੋਗਰਾਮਡ ਲਰਨਿੰਗ ਦੇ ਵਿੱਚ ਇੰਡੀਵਿਜੂਅਲ ਸਟਰੈਂਥ ਐਂਡ ਵੀਕਨੈਸ ਦੀ ਪਛਾਣ ਕਰਨ ਦੇ ਲਈ ਇੱਕ ਸਿਸਟੇਮੈਟਿਕ ਅਪਰੋਚ ਪ੍ਰੋਵਾਈਡ ਕਰਦੀ ਹੈ। ਪ੍ਰੋਗਰਾਮਡ ਲਰਨਿੰਗ ਹੈਲਪ ਇਨ ਐਨਰਿਚਮੈਂਟ ਆਫ ਦਾ ਕਰਿਕੂਲਮ। ਇਹ ਇੱਕ ਵਿਵਸਥਿਤ ਪਹੁੰਚ ਪ੍ਰਦਾਨ ਕਰਕੇ ਪਾਠਕ੍ਰਮ ਨੂੰ ਸੰਸ਼ੋਧਿਤ ਕਰਨ ਵਿੱਚ ਮਦਦ ਕਰਦੀ ਹੈ। ਇਹਦਾ ਜਿਹੜਾ ਸਹੀ ਜਵਾਬ ਹੋ ਜਾਏਗਾ ਕਿ ਹੈਲਪ ਇਨ ਐਨਰਿਚਮੈਂਟ ਆਫ ਕਰਿਕੂਲਮ, ਪਾਠਕ੍ਰਮ ਦੇ ਸੰਸ਼ੋਧਨ ਵਿੱਚ ਮਦਦ ਕਰਦੀ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਪ੍ਰੋਗਰਾਮਡ ਲਰਨਿੰਗ ਬਾਰੇ ਤੁਸੀਂ ਬਾਕੀ ਪੁਆਇੰਟ ਆਪ ਪੜ੍ਹ ਸਕਦੇ ਹੋ, ਸਕਰੀਨ ਤੇ ਤੁਸੀਂ ਦੇਖ ਰਹੇ ਹੋ। ਅਗਲਾ ਪ੍ਰਸ਼ਨ ਹੈ ਜੀ, ਹੂ ਡਿਵੈਲਪ ਏ ਯੂਨੀਕ ਕਲਾਸੀਫਿਕੇਸ਼ਨ ਆਫ ਆਡੀਓ ਵਿਜ਼ੂਅਲ ਏਡਸ ਥਰੂ ਏ ਕੋਨ ਆਫ ਐਕਸਪੀਰੀਅੰਸ? ਕੋਨ ਆਫ ਐਕਸਪੀਰੀਅੰਸ ਰਾਹੀਂ ਆਡੀਓ ਵਿਜ਼ੂਅਲ ਏਡਸ ਦਾ ਵਿਲੱਖਣ ਵਰਗੀਕਰਨ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤਾ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹ ਜਿਹੜਾ ਐਡਗਰ ਡੇਲ ਹੈ, ਇਹਦਾ ਕੋਨ ਆਫ ਐਕਸਪੀਰੀਅੰਸ ਜਿਹੜਾ ਹੈ ਉਹ ਇਹਨੇ ਇੱਕ ਮਾਡਲ ਤਿਆਰ ਕੀਤਾ ਸੀ 1940 ਦੇ ਵਿੱਚ, ਜਿਹਦੇ ਵਿੱਚ ਇਹਨੇ ਡਿਫਰੈਂਟ ਟਾਈਪ ਦੇ ਆਡੀਓ ਵਿਜ਼ੂਅਲ ਏਡਸ ਨੂੰ ਉਹਨਾਂ ਦੇ ਲੈਵਲ ਆਫ ਐਬਸਟ੍ਰੈਕਸ਼ਨ ਤੇ ਕਰੈਕਟਨੈਸ ਦੇ ਵਿੱਚ ਅਕੋਰਡਿੰਗ ਕੈਟਾਗੋਰਾਈਜ਼ ਕੀਤਾ ਸੀ। ਇਹਦੇ ਮਾਡਲ ਨੂੰ ਕੋਨ ਆਫ ਐਕਸਪੀਰੀਅੰਸ ਜਾਂ ਡੇਲਸ ਕੋਨ ਕਿਹਾ ਜਾਂਦਾ ਹੈ। ਜਿਹੜਾ ਐਡਗਰ ਡੇਲ ਹੈ ਉਹ ਕਹਿੰਦਾ ਸੀ ਕਿ ਕੋਨ ਸੁਜੈਸਟ ਕਰਦਾ ਹੈ ਕਿ ਸਿਖਿਆਰਥੀ ਸਿਰਫ ਪੜ੍ਹਨ ਜਾਂ ਸੁਣਨ ਦੀ ਬਜਾਏ ਚੀਜ਼ਾਂ ਨੂੰ ਆਪਣੇ ਆਪ ਕਰਨ ਅਤੇ ਅਨੁਭਵ ਕਰਕੇ ਵਧੇਰੇ ਜਾਣਕਾਰੀ ਬਰਕਰਾਰ ਰੱਖ ਸਕਦੇ ਹਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਐਡਗਰ ਡੇਲ। ਅਗਲਾ ਪ੍ਰਸ਼ਨ ਹੈ ਜੀ, ਕਿਹੜਾ ਸਮਾਜਿਕ ਵਿਗਿਆਨ ਵਿੱਚ ਪਾਠਕ੍ਰਮ ਨਿਰਮਾਣ ਦਾ ਸਿਧਾਂਤ ਨਹੀਂ ਹੈ? Which among the following is not the principle of curriculum construction in social science? ਇਹ ਜਿਹੜੇ ਦਿੱਤੇ ਹੋਏ ਆਪਸ਼ਨ ਨੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਡੀ ਵਾਲਾ ਆਪਸ਼ਨ ਲਿਖਿਆ ਹੈ, ਪ੍ਰੀਖਿਆਵਾਂ ਨੂੰ ਆਸਾਨ ਬਣਾਉਣਾ, ਇਹ ਪਾਠਕ੍ਰਮ ਦੇ ਨਿਰਮਾਣ ਦਾ ਸਿਧਾਂਤ ਵਜੋਂ ਕੰਮ ਨਹੀਂ ਕਰਦਾ। ਡੀ ਆਪਸ਼ਨ ਬਿਲਕੁਲ ਸਹੀ ਹੈ ਕਿ ਇਹ ਸਿਧਾਂਤ ਨਹੀਂ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਕਿਸੇ ਵੀ ਗ੍ਰੇਡ ਦੇ ਪਾਠਕ੍ਰਮ ਨੂੰ ਸਮਾਜਿਕ ਵਿਗਿਆਨ ਦੇ ਅਧਿਐਨ ਨਾਲ ਸੰਬੰਧਿਤ ਵਿਸ਼ਿਆਂ ਦੀ ਨਿਸ਼ਚਿਤ ਗਿਣਤੀ ਨੂੰ ਡੈਸ਼ ਕਿਹਾ ਜਾਂਦਾ ਹੈ। ਆਪਸ਼ਨ ਹਨ ਟੌਪੀਕਲ ਅਪਰੋਚ, ਇੰਟੀਗ੍ਰੇਟਡ ਅਪਰੋਚ, ਕੋਰਿਲੇਟਡ ਅਪਰੋਚ ਜਾਂ ਸਪੈਰੀਕਲ ਅਪਰੋਚ। ਆਪਾਂ ਇਹਨਾਂ ਸਾਰਿਆਂ ਬਾਰੇ ਥੋੜਾ ਪੜ੍ਹਦੇ ਹਾਂ ਜੀ। ਟੌਪੀਕਲ ਅਪਰੋਚ ਕੀ ਹੁੰਦੀ ਹੈ? ਜਿਹੜੀ ਟੌਪੀਕਲ ਅਪਰੋਚ ਹੁੰਦੀ ਹੈ ਇਹਦੇ ਵਿੱਚ ਸਮਾਜਿਕ ਵਿਗਿਆਨ ਦੇ ਅੰਦਰ ਖਾਸ ਵਿਸ਼ਿਆਂ ਜਾਂ ਥੀਮਾਂ ਦੇ ਦੁਆਲੇ ਪਾਠਕ੍ਰਮ ਨੂੰ ਸੰਗਠਨ ਕਰਨਾ ਸ਼ਾਮਲ ਹੁੰਦਾ ਹੈ। ਇੱਕ ਵਿਸ਼ੇਸ਼ ਗ੍ਰੇਡ ਦੇ ਪੱਧਰ ਤੇ ਨਿਰਧਾਰਤ ਵਿਸ਼ਿਆਂ ਦੀ ਸੰਖਿਆ ਨਿਸ਼ਚਿਤ ਕਰਨਾ ਸ਼ਾਮਲ ਹੁੰਦਾ ਹੈ। ਇੰਟੀਗ੍ਰੇਟਡ ਅਪਰੋਚ ਯਾਨੀ ਕਿ ਏਕੀਕ੍ਰਿਤ ਪਹੁੰਚ ਦੇ ਵਿੱਚ ਪਾਠਕ੍ਰਮ ਵਿੱਚ ਸਮਾਜਿਕ ਵਿਗਿਆਨ ਸਮੇਤ ਕਈ ਵਿਸ਼ਿਆਂ ਜਾਂ ਅਧਿਐਨ ਦੇ ਖੇਤਰਾਂ ਨੂੰ ਜੋੜਨਾ ਸ਼ਾਮਲ ਹੁੰਦਾ ਹੈ। ਇਹ ਵੱਖ-ਵੱਖ ਵਿਸ਼ਿਆਂ ਦਾ ਉਹਨਾਂ ਦਾ ਰੀਅਲ ਵਰਲਡ ਐਪਲੀਕੇਸ਼ਨ ਦੇ ਵਿਚਕਾਰ, ਵੱਖ-ਵੱਖ ਵਿਸ਼ਿਆਂ ਤੇ ਉਹਨਾਂ ਦੇ ਰੀਅਲ ਵਰਲਡ ਐਪਲੀਕੇਸ਼ਨ ਦੇ ਵਿਚਕਾਰ ਜਿਹੜਾ ਸੰਬੰਧ ਹੈ ਉਹਦੇ ਉੱਤੇ ਜ਼ੋਰ ਦਿੰਦੀ ਹੈ। ਏਕੀਕ੍ਰਿਤ ਪਹੁੰਚ ਜਿਹੜੀ ਸਹਿ ਸੰਬੰਧਿਤ ਪਹੁੰਚ ਹੈ, ਜਿਹਨੂੰ ਅਸੀਂ ਕਵਾਂਗੇ ਕੋਰਿਲੇਟਡ ਅਪਰੋਚ, ਇਹ ਕੀ ਕਰਦੀ ਹੈ? ਇਹਦੇ ਵਿੱਚ ਸਾਂਝੇ ਥੀਮ ਜਾਂ ਸੰਕਲਪਾਂ ਦੇ ਆਧਾਰ ਤੇ ਜਿਹੜੇ ਵਿਸ਼ੇ ਜੁੜੇ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਇਕੱਠੇ ਪੜ੍ਹਾਇਆ ਜਾਂਦਾ। ਜਿਵੇਂ ਕਿਸੇ ਖੇਤਰ ਦੀ ਵਧੇਰੇ ਸਮਝ ਵਾਸਤੇ ਤੁਸੀਂ ਇਤਿਹਾਸ ਅਤੇ ਭੂਗੋਲ ਨੂੰ ਇਕੱਠੇ ਪੜ੍ਹਾ ਸਕਦੇ ਹੋ। ਇਹ ਹੋਵੇਗਾ ਕੋਰਿਲੇਟਡ ਪਹੁੰਚ। ਤੇ ਸਪਾਇਰਲ ਪਹੁੰਚ ਦੇ ਵਿੱਚ ਕੀ ਕਰਦੇ ਹਾਂ ਆਪਾਂ ਕਿ ਹਰ ਵਾਰ ਵੱਧਦੀ ਗੁੰਝਲਤਾ ਅਤੇ ਡੂੰਘਾਈ ਦੇ ਨਾਲ ਕਈ ਗ੍ਰੇਡ ਪੱਧਰਾਂ ਦੇ ਵਿਸ਼ਿਆਂ ਜਾਂ ਸੰਕਲਪਾਂ ਤੇ ਮੁੜ ਵਿਚਾਰ ਕਰਨਾ ਸ਼ਾਮਲ ਹੁੰਦਾ ਹੈ। ਇਹ ਵਿਦਿਆਰਥੀਆਂ ਨੂੰ ਪੁਰਾਣੇ ਗਿਆਨ ਨੂੰ ਵਧਾਉਣ ਅਤੇ ਵਿਸ਼ੇ ਦੀ ਡੂੰਘੀ ਸਮਝ ਵਿਕਸਿਤ ਕਰਨ ਦੇ ਲਈ ਮਦਦ ਕਰਦਾ ਹੈ। ਠੀਕ ਹੈ ਜੀ, ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਟੌਪੀਕਲ ਅਪਰੋਚ, ਕਿਉਂਕਿ ਇੱਥੇ ਸਮਾਜਿਕ ਵਿਗਿਆਨ ਦੇ ਸੰਬੰਧਿਤ ਵਿਸ਼ਿਆਂ ਦੀ ਗਿਣਤੀ ਨਿਸ਼ਚਿਤ ਕਰਨ ਬਾਰੇ ਗੱਲ ਕੀਤੀ ਗਈ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਪ੍ਰਾਇਮਰੀ ਸਰੋਤ ਕੀ ਹੈ? ਇਹਦੇ ਬਾਰੇ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਇਹਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰ ਲੈਂਦੇ ਹਾਂ ਜੀ। ਪ੍ਰਾਇਮਰੀ ਸਰੋਤ ਬਾਰੇ, ਜਿਹੜੇ ਪ੍ਰਾਇਮਰੀ ਸਰੋਤ ਨੇ ਇਹ ਓਰੀਜਨਲ ਮਟੀਰੀਅਲ ਹੁੰਦੇ ਨੇ, ਫਸਟ ਹੈਂਡ ਅਕਾਊਂਟ ਹੁੰਦੇ ਨੇ। ਇਹ ਕਿਸੇ ਘਟਨਾ ਦੇ ਸਮੇਂ ਜਾਂ ਇਸ ਤੋਂ ਥੋੜੀ ਦੇਰ ਬਾਅਦ ਬਣਾਏ ਜਾਂਦੇ ਨੇ। ਸਮਾਜਿਕ ਵਿਗਿਆਨ ਵਿੱਚ ਪ੍ਰਾਇਮਰੀ ਸਰੋਤਾਂ ਦੀਆਂ ਉਦਾਹਰਨਾਂ ਕਿਹੜੀਆਂ ਨੇ? ਜਿਵੇਂ ਕਿ ਸਵੈ ਜੀਵਨੀਆਂ, ਨਿੱਜੀ ਰਸਾਲੇ, ਸਰਕਾਰੀ ਦਸਤਾਵੇਜ਼ ਜਿਨ੍ਹਾਂ ਦੇ ਵਿੱਚ ਜਨਗਣਨਾ ਰਿਪੋਰਟਾਂ ਅਤੇ ਕਾਨੂੰਨੀ ਦਸਤਾਵੇਜ਼ ਆਦਿ ਹੋਣਗੇ, ਚਿੱਠੀਆਂ ਅਤੇ ਡਾਇਰੀਆਂ, ਮੂਲ ਖੋਜ, ਅਧਿਐਨ ਅਤੇ ਸਰਵੇਖਣ, ਫੋਟੋਆਂ ਅਤੇ ਰਿਕਾਰਡਿੰਗ, ਕਲਾਤਮਕ ਚੀਜ਼ਾਂ ਜਿਵੇਂ ਕਿ ਪੁਰਾਤੱਤਵ ਖੋਜਾਂ ਆਦਿ।
इस टेबल ਦੇ ਵਿੱਚ ਮੈਂ ਪ੍ਰਾਇਮਰੀ ਸਰੋਤ ਤੇ ਸੈਕੰਡਰੀ ਸਰੋਤਾਂ ਨੂੰ ਰਿਪਰੈਜ਼ੈਂਟ ਕੀਤਾ ਹੋਇਆ। ਸੈਕੰਡਰੀ ਸਰੋਤਾਂ ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰਾਇਮਰੀ ਸਰੋਤਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤੇ ਵਿਆਖਿਆ ਕਰਕੇ ਬਣਾਏ ਜਾਂਦੇ ਨੇ। ਇਹ ਉਹ ਕੰਮ ਨੇ ਜੋ ਇਤਿਹਾਸਕ ਘਟਨਾਵਾਂ ਜਾਂ ਵਰਤਾਰਿਆਂ ਦੀ ਵਿਆਖਿਆ ਜਾਂ ਵਿਸ਼ਲੇਸ਼ਣ ਕਰਨ ਵਾਸਤੇ ਸੈਕੰਡਰੀ ਸਰੋਤ ਬਣਾਏ ਜਾਂਦੇ ਨੇ। ਸੈਕੰਡਰੀ ਸਰੋਤਾਂ ਦੇ ਵਿੱਚ ਕੀ ਸ਼ਾਮਲ ਹੋਏਗਾ? ਪਾਠ ਪੁਸਤਕਾਂ ਤੇ ਹਵਾਲਾ ਪੁਸਤਕਾਂ, ਜੀਵਨੀਆਂ ਅਤੇ ਇਤਿਹਾਸਕ ਬਿਰਤਾਂਤ, ਸਾਹਿਤ ਸਮੀਖਿਆਵਾਂ, ਵਿਦਵਾਨ ਜਰਨਲ ਲੇਖ, ਦਸਤਾਵੇਜ਼ੀ ਫਿਲਮਾਂ, ਖਬਰਾਂ ਦੀਆਂ ਰਿਪੋਰਟਾਂ ਆਦਿ। ਇੱਥੇ ਪ੍ਰਾਇਮਰੀ ਸਰੋਤਾਂ ਬਾਰੇ ਇਹ ਆਪਸ਼ਨ ਦੇ ਵਿੱਚ ਲਿਖਿਆ ਹੈ ਕਿ ਕਿਸੇ ਅਜਿਹੇ ਵਿਅਕਤੀ ਦੁਆਰਾ ਬਣਾਇਆ ਗਿਆ ਇੱਕ ਸਰੋਤ ਹੈ ਜੋ ਘਟਨਾ ਸਮੇਂ ਉੱਥੇ ਸੀ। ਇਹ ਬਿਲਕੁਲ ਸਹੀ ਆਪਸ਼ਨ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਗੌਤਮ ਬੁੱਧ ਨੇ ਗਿਆਨ ਕਿੱਥੇ ਪ੍ਰਾਪਤ ਕੀਤਾ ਸੀ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਗੌਤਮ ਬੁੱਧ ਹੈ ਉਹਨਾਂ ਨੂੰ 35 ਸਾਲ ਦੀ ਉਮਰ ਦੇ ਵਿੱਚ ਬੋਧ ਗਿਆ ਵਿਖੇ ਗਿਆਨ ਪ੍ਰਾਪਤ ਹੋਇਆ ਸੀ। ਅਗਲਾ ਪ੍ਰਸ਼ਨ ਹੈ ਜੀ। ਹੇਠ ਲਿਖਿਆਂ ਵਿੱਚੋਂ ਕਾਲੀਦਾਸ ਦਾ ਪ੍ਰਸਿੱਧ ਨਾਟਕ ਕਿਹੜਾ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹ ਜਿਹੜੇ ਸਾਰੇ ਆਪਸ਼ਨ ਨੇ ਇਹਨਾਂ ਨੂੰ ਆਪਾਂ ਦੇਖਾਂਗੇ ਵੀ ਇਹ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਾਲੀਦਾਸ ਜੀ ਦੀ। ਕਾਲੀਦਾਸ ਇੱਕ ਪ੍ਰਾਚੀਨ ਭਾਰਤੀ ਕਵੀ ਅਤੇ ਨਾਟਕਕਾਰ, ਸੰਸਕ੍ਰਿਤ ਸਾਹਿਤ ਵਿੱਚ ਆਪਣੀਆਂ ਬੇਮਿਸਾਲ ਰਚਨਾਵਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਦੇ ਮਸ਼ਹੂਰ ਨਾਟਕਾਂ ਵਿੱਚੋਂ ਸ਼ਕੁੰਤਲਾ ਵੀ ਹੈ, ਜਿਹਨੂੰ ਅਭਿਜਨਾ ਸ਼ਕੁੰਤਲਮ ਵੀ ਕਿਹਾ ਜਾਂਦਾ ਹੈ, ਜਿਸ ਨੂੰ ਭਾਰਤੀ ਕਲਾਸੀਕਲ ਨਾਟਕ ਦੀ ਇੱਕ ਮਹਾਨ ਰਚਨਾ ਮੰਨਿਆ ਜਾਂਦਾ ਹੈ। ਇਹ ਨਾਟਕ ਰਾਜਾ ਦੁਸ਼ਯੰਤ ਅਤੇ ਸ਼ਕੁੰਤਲਾ ਦੀ ਕਹਾਣੀ ਹੈ। ਇਸ ਦਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਗੋਇਥੇ ਦੇ ਫਾਸਟ ਸਮੇਤ ਬਹੁਤ ਸਾਰੀਆਂ ਸਾਹਿਤਿਕ ਰਚਨਾਵਾਂ ਨੂੰ ਇਸ ਨੇ ਪ੍ਰਭਾਵਿਤ ਕੀਤਾ ਹੈ। ਸ਼ਕੁੰਤਲਾ ਭਾਰਤੀ ਸਾਹਿਤ ਦੀਆਂ ਸਭ ਤੋਂ ਮਸ਼ਹੂਰ ਅਤੇ ਅਧਿਐਨ ਕੀਤੀਆਂ ਰਚਨਾਵਾਂ ਵਿੱਚੋਂ ਇੱਕ ਹੈ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਬੀ ਆਪਸ਼ਨ, ਅਭਿਜਨਾ ਸ਼ਕੁੰਤਲਮ। ਹੁਣ ਜਿਹੜੀ ਰਵੀ ਕੀਰਤੀ ਕੀ ਹੁੰਦੀ ਹੈ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਜੀ। ਰਵੀ ਕੀਰਤੀ ਇਹ ਕਰਨਾਟਕ ਵਿੱਚ ਰਾਸ਼ਟਰਕੂਟ ਰਾਜਵੰਸ਼ ਦਾ ਇੱਕ ਦਰਬਾਰੀ ਕਵੀ ਸੀ ਅਤੇ ਉਹ ਆਪਣੀ ਰਚਨਾ ਐਹੋਲੇ ਪ੍ਰਸਤੀ ਲਈ ਜਾਣਿਆ ਜਾਂਦਾ ਹੈ। ਇਹ ਇੱਕ ਸ਼ਿਲਾਲੇਖ ਹੈ ਜੋ ਰਾਜਾ ਪੁਲਕੇਸ਼ਨ II ਦੀ ਫੌਜੀ ਜਿੱਤਾਂ ਅਤੇ ਕਲਾਵਾਂ ਦੀ ਸਰਪ੍ਰਸਤੀ ਲਈ ਪ੍ਰਸ਼ੰਸਾ ਕਰਦਾ ਹੈ। ਉਸ ਤੋਂ ਬਾਅਦ ਹੈ ਜੀ ਪ੍ਰਾਸਤੀਆਂ। ਇਹ ਪ੍ਰਾਚੀਨ ਭਾਰਤ ਵਿੱਚ ਸ਼ਾਸਕਾਂ, ਸਰਪ੍ਰਸਤਾਂ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਦੀ ਪ੍ਰਸ਼ੰਸਾ ਕਰਨ ਲਈ ਸੰਸਕ੍ਰਿਤ ਵਿੱਚ ਲਿਖੀ ਗਈਆਂ ਵਿਸਤ੍ਰਿਤ ਪ੍ਰਸ਼ੰਸਾਤਮਕ ਕਵਿਤਾਵਾਂ ਹਨ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੁੰਦੀ ਸੀ। ਇੱਕ ਉਦਾਹਰਨ ਦੇ ਤੌਰ ਤੇ ਰਾਜਾ ਸਮੁੰਦਰਗੁਪਤ ਦੀ ਪ੍ਰਸ਼ੰਸਾ ਵਿੱਚ ਹਰੀਸ਼ੇਨ ਦੁਆਰਾ ਰਚੀ ਗਈ ਇੱਕ ਸੰਸਕ੍ਰਿਤ ਕਵਿਤਾ ਹੈ ਜੋ ਇਲਾਹਾਬਾਦ ਵਿੱਚ ਅਸ਼ੋਕ ਦੇ ਥੰਮ ਉੱਪਰ ਉਕਰੀ ਹੋਈ ਹੈ। ਇਸ ਤੋਂ ਬਾਅਦ ਜਿਹੜਾ ਇਹ ਬਾਨਭੱਟ ਕੀ ਹੈ? ਬਾਨਭੱਟ ਉਹ ਭਾਰਤ ਦਾ ਇੱਕ ਸੰਸਕ੍ਰਿਤ ਲੇਖਕ ਅਤੇ ਕਵੀ ਸੀ ਜੋ ਆਪਣੀ ਰੋਮਾਂਟਿਕ ਨਾਵਲ ਕਦੰਬਰੀ ਲਈ ਜਾਣਿਆ ਜਾਂਦਾ ਹੈ, ਜੋ ਕਦੰਬਰੀ ਨਾਮ ਦੀ ਇੱਕ ਰਾਜਕੁਮਾਰੀ ਅਤੇ ਉਸ ਦੀ ਯਾਤਰਾ ਦੀ ਕਹਾਣੀ ਦੱਸਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਭਾਰਤ ਦੇ ਇਤਿਹਾਸ ਦੇ ਹਵਾਲੇ ਨਾਲ ਉਰ ਸ਼ਬਦ ਕਿਸ ਨੂੰ ਰੈਫਰ ਕਰਦਾ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਉਰ ਸ਼ਬਦ ਹੈ ਭਾਰਤੀ ਇਤਿਹਾਸ ਦੇ ਸੰਦਰਭ ਵਿੱਚ ਉਰ ਸ਼ਬਦ ਕਿਸਾਨਾਂ ਦੀਆਂ ਬਸਤੀਆਂ ਦਰਸਾਉਂਦਾ ਹੈ। ਇਹ ਆਮ ਤੌਰ ਤੇ ਛੋਟੇ ਸਵੈ ਨਿਰਭਰ ਭਾਈਚਾਰੇ ਸਨ ਜੋ ਖੇਤੀਬਾੜੀ ਅਤੇ ਹੋਰ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਕਿਸਾਨਾਂ ਦੀਆਂ ਬਸਤੀਆਂ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ। ਚੋਲਾ ਕਾਲ ਦੌਰਾਨ ਮੰਦਰਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਚੋਲਾ ਕਾਲ ਦੇ ਵਿੱਚ ਬਹੁਤ ਸਾਰੇ ਮੰਦਰਾਂ ਦਾ ਨਿਰਮਾਣ ਹੋਇਆ। ਇਹਨਾਂ ਦੇ ਵਿੱਚੋਂ ਜਿਹੜੇ ਰਾਜੇ ਨੇ ਜਿਹੜਾ ਮੰਦਿਰ ਬਣਵਾਇਆ ਉਹਦੇ ਬਾਰੇ ਮੈਂ ਇਹ ਸਾਰਾ ਕੁਝ ਲਿਖਿਆ ਹੋਇਆ। ਜਿਹੜੇ ਮੰਦਿਰ ਸਨ ਉਹਨਾਂ ਦੇ ਵਿੱਚ ਚੋਲਾ ਕਾਲ ਦੇ ਮੰਦਿਰ ਆਪਣੀ ਗੁੰਝਲਦਾਰ ਆਰਕੀਟੈਕਟ, ਨਕਾਸ਼ੀ ਅਤੇ ਮੂਰਤੀਆਂ ਲਈ ਮਸ਼ਹੂਰ ਸਨ। ਇਹ ਜਿਹੜੇ ਮੰਦਿਰ ਸਨ ਇਹਨਾਂ ਦੇ ਵਿੱਚ ਜਿਹੜੀਆਂ ਦੇਵਤਿਆਂ ਦੀਆਂ ਮੂਰਤੀਆਂ ਸਨ ਉਹ ਕਾਂਸੀ ਦੀਆਂ ਬਣਾਈਆਂ ਜਾਂਦੀਆਂ ਸਨ। ਇਹ ਮੰਦਿਰ ਸਿਰਫ ਪੂਜਾ ਦਾ ਸਥਾਨ ਹੀ ਨਹੀਂ ਸਨ, ਸਗੋਂ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਕੇਂਦਰ ਵੀ ਸਨ। ਹੁਣ ਇੱਥੇ ਲਿਖਿਆ ਹੋਇਆ ਹੈ ਬੰਜਾਵਰ ਵਿੱਚ ਬਹਿੰਦੇਸ਼ਵਰ ਮੰਦਿਰ ਵਿਜੋਲਿਆ ਚੋਲਾ ਦੁਆਰਾ ਬਣਾਇਆ ਗਿਆ ਸੀ, ਪਰ ਅਸਲ ਦੇ ਵਿੱਚ ਇਹ ਜਿਹੜਾ ਬ੍ਰਹਦੇਸ਼ਵਰ ਮੰਦਿਰ ਹੈ ਇਹਦਾ ਨਿਰਮਾਣ ਵਿਜੇਲਿਆ ਚੋਲਾ ਦੇ ਪੁੱਤਰ ਰਾਜਾ ਚੌਲ ਦੁਆਰਾ ਕੀਤਾ ਗਿਆ ਸੀ। ਇਸ ਕਰਕੇ ਇਹ ਜਿਹੜਾ ਡੀ ਵਾਲਾ ਆਪਸ਼ਨ ਹੈ ਇਹ ਗਲਤ ਹੋ ਜਾਂਦਾ ਹੈ। ਇਹ ਜਿੰਨੇ ਵੀ ਚੌਲ ਕਾਲ ਦੇ ਵਿੱਚ ਮੰਦਿਰ ਬਣੇ ਨੇ ਉਹਨਾਂ ਸਾਰਿਆਂ ਦੇ ਅੱਗੇ ਉਹ ਕਿਸ ਰਾਜੇ ਨੇ ਬਣਾਏ ਨੇ ਤੇ ਉਹ ਕਿੱਥੇ ਸਥਿਤ ਹੈ ਇਸ ਟੇਬਲ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ। ਅਗਲਾ ਪ੍ਰਸ਼ਨ ਹੈ ਜੀ। 14ਵੀਂ ਸਦੀ ਦੇ ਯਾਤਰੀ ਇਬਨ ਬਤੂਤਾ ਨੇ ਕਿਸ ਦੇਸ਼ ਤੋਂ ਭਾਰਤ ਦੀ ਯਾਤਰਾ ਕੀਤੀ ਸੀ? ਆਪਸ਼ਨ ਹਨ ਅਫਰੀਕਾ, ਅਮਰੀਕਾ, ਫਰਾਂਸ ਜਾਂ ਤੁਰਕੀ। ਇਬਨ ਬਤੂਤਾ 14ਵੀਂ ਸਦੀ ਵਿੱਚ ਟੈਂਗੀਅਰ ਵਿੱਚ ਪੈਦਾ ਹੋਇਆ। ਇੱਕ ਮੁਰੱਕੋ ਦਾ ਯਾਤਰੀ ਸੀ। ਮੁਰੱਕੋ ਉੱਤਰ ਪੱਛਮੀ ਕੋਨਾ ਜਿਹੜਾ ਅਫਰੀਕਾ ਦਾ ਹੈ ਉੱਥੇ ਸਥਿਤ ਹੈ। ਹੁਣ ਜੇਕਰ ਇਸ ਕੁਐਸਚਨ ਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਦੇਖੀਏ ਕਿ ਕਿੰਨਾ ਦੇਸ਼ਾਂ 'ਚੋਂ ਹੁੰਦਾ ਹੋਇਆ ਇਬਨ ਬਤੂਤਾ ਦੀ ਤੁਸੀਂ ਜਰਨੀ ਮੈਪ ਨੂੰ ਦੇਖੋ ਤਾਂ ਕਿੰਨਾ ਦੇਸ਼ਾਂ 'ਚੋਂ ਹੁੰਦਾ ਹੋਇਆ ਉਹ ਭਾਰਤ ਦੇ ਵਿੱਚ ਐਂਟਰ ਕੀਤਾ। NCERT ਦੀ ਬੁੱਕ ਦੇ ਅਨੁਸਾਰ ਉਹ ਸੈਂਟਰਲ ਏਸ਼ੀਆ ਤੋਂ ਹੁੰਦਾ ਹੋਇਆ ਭਾਰਤ ਦੇ ਵਿੱਚ ਐਂਟਰ ਕੀਤਾ। ਇਹ ਵੀ ਲਿਖਿਆ ਗਿਆ ਹੈ ਕਿ ਹਿੰਦੂ ਕੁਸ਼ ਦੀਆਂ ਪਹਾੜੀਆਂ ਦੇ ਥਰੂ ਇਬਨ ਬਤੂਤਾ ਜਿਹੜਾ ਸੀ ਉਹ
ਇੰਡੀਆ ਦੇ ਵਿੱਚ ਐਂਟਰ ਕੀਤਾ ਸੀ। ਇਬਨ ਬਤੂਤਾ ਨੇ ਆਪਣੀਆਂ ਜਿਹੜੀਆਂ ਯਾਤਰਾਵਾਂ ਨੇ ਉਹਨਾਂ ਦਾ ਜਿਹੜਾ ਬਿਰਤਾਂਤ ਹੈ ਉਹ ਰਿਹਲਾ ਨਾਂ ਦੀ ਉਹਦੀ ਇੱਕ ਪੁਸਤਕ ਹੈ ਉਹਦੇ ਵਿੱਚ ਉਹਨੇ ਦਿੱਤਾ ਹੈ। ਜਿਹੜਾ ਇਬਨ ਬਤੂਤਾ ਹੈ ਇਬਨ ਬਤੂਤਾ ਤੁਗਲਕ ਦੇ ਸਮੇਂ 1333 ਦੇ ਵਿੱਚ ਭਾਰਤ ਦੇ ਵਿੱਚ ਐਂਟਰੀ ਹੋਇਆ ਸੀ ਤੇ ਉਸਨੇ ਸੁਲਤਾਨ ਦੇ ਦੂਤ ਵਜੋਂ ਚੀਨ ਦੀ ਯਾਤਰਾ ਵੀ ਕੀਤੀ ਸੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਅਫਰੀਕਾ। ਅਗਲਾ ਪ੍ਰਸ਼ਨ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਦਿੱਲੀ ਦੇ ਸੁਲਤਾਨਾਂ ਦੇ ਅਧੀਨ ਪ੍ਰਸ਼ਾਸਨ ਦੀ ਭਾਸ਼ਾ ਕੀ ਸੀ? ਆਪਸ਼ਨ ਹਨ ਅਰਬੀ, ਫਾਰਸੀ, ਇਸਲਾਮੀ ਜਾਂ ਉਰਦੂ। ਦਿੱਲੀ ਦੇ ਸੁਲਤਾਨਾਂ ਦੇ ਅਧੀਨ ਪ੍ਰਸ਼ਾਸਨ ਦੀ ਭਾਸ਼ਾ ਫਾਰਸੀ ਸੀ। ਦਿੱਲੀ ਦੇ ਸੁਲਤਾਨਾਂ ਬਾਰੇ ਜਾਣਕਾਰੀ ਦੇ ਸਰੋਤ ਤਾਰੀਖ ਅਤੇ ਤਵਾਰੀਖ ਫਾਰਸੀ ਵਿੱਚ ਲਿਖੇ ਗਏ ਹਨ। ਇਹ ਪ੍ਰਸ਼ਾਸਨ ਦੀ ਭਾਸ਼ਾ ਵੀ ਸੀ। ਅਗਲਾ ਪ੍ਰਸ਼ਨ ਹੈ ਜੀ ਕਿਬਲਾ ਸ਼ਬਦ ਦਾ ਅਰਥ ਕੀ ਹੈ? ਆਪਸ਼ਨ ਹਨ ਨਮਾਜ਼ ਦੇ ਦੌਰਾਨ ਮੁਸਲਿਮ ਮੱਕਾ ਵੱਲ ਮੂੰਹ ਕਰਦੇ ਹਨ, ਮੁਸਲਿਮ ਇਕੱਠੇ ਆਪਣੀ ਨਮਾਜ਼ ਪੜ੍ਹਦੇ ਹਨ। ਸੀ ਆਪਸ਼ਨ ਹੈ ਜੀ ਸ਼ੁੱਕਰਵਾਰ ਦੀ ਪ੍ਰਾਰਥਨਾ ਦੌਰਾਨ ਦਿੱਤਾ ਗਿਆ ਉਪਦੇਸ਼ ਤੇ ਡੀ ਆਪਸ਼ਨ ਹੈ ਪ੍ਰਾਰਥਨਾ ਦੀਆਂ ਰਸਮਾਂ ਲਈ ਸਭ ਤੋਂ ਸਤਿਕਾਰ ਅਤੇ ਸਿੱਖਿਅਕ ਪੁਰਸ਼ ਨੂੰ ਨੇਤਾ ਵਜੋਂ ਚੁਣਨਾ। ਕਿਬਲਾ ਮੱਕਾ ਸਾਊਦੀ ਅਰਬ ਵਿੱਚ ਕਾਬਾ ਦੇ ਪਵਿੱਤਰ ਸਥਾਨ ਦੀ ਦਿਸ਼ਾ ਹੈ ਜਿਸ ਵੱਲ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਹਨ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਬ੍ਰਿਟਿਸ਼ ਪ੍ਰਸ਼ਾਸਨ ਦੁਆਰਾ ਮਹੱਤਵਪੂਰਨ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਲਈ ਕਿਹੜੀਆਂ ਵਿਸ਼ੇਸ਼ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ? ਆਪਸ਼ਨ ਹਨ ਪੁਰਾਲੇਖ, ਬੀ ਆਪਸ਼ਨ ਹੈ ਜੀ ਅਜਾਇਬ ਘਰ, ਸੀ ਆਪਸ਼ਨ ਹੈ ਏ ਅਤੇ ਬੀ ਦੋਵੇਂ ਤੇ ਡੀ ਆਪਸ਼ਨ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਚਿੱਠੀਆਂ ਨੂੰ ਧਿਆਨ ਨਾਲ ਸੰਭਾਲਣ ਦੀ ਲੋੜ ਹੈ। ਇਸ ਲਈ ਉਹਨਾਂ ਨੇ ਸਾਰੇ ਪ੍ਰਬੰਧਕੀ ਅਦਾਰਿਆਂ ਨਾਲ ਜੁੜੇ ਰਿਕਾਰਡ ਰੂਮ ਬਣਾਏ। ਪਿੰਡ ਦੇ ਤਹਿਸੀਲਦਾਰ ਦਾ ਦਫ਼ਤਰ, ਕਲੈਕਟਰੇਟ, ਕਮਿਸ਼ਨਰ ਦਫ਼ਤਰ ਸਾਰਿਆਂ ਦੇ ਆਪਣੇ ਰਿਕਾਰਡ ਰੂਮ ਸਨ। ਮਹੱਤਵਪੂਰਨ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਆਰਕਾਈਵ ਅਤੇ ਅਜਾਇਬ ਘਰ ਵਰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਸੀ, ਏ ਅਤੇ ਬੀ ਦੋਵੇਂ। ਅਗਲਾ ਪ੍ਰਸ਼ਨ ਹੈ ਜੀ ਇੱਕ ਸਕਾਟਿਸ਼ ਅਰਥ ਸ਼ਾਸਤਰੀ ਅਤੇ ਰਾਜਨੀਤਿਕ ਦਾਰਸ਼ਨਿਕ ਜੇਮਸ ਮਿਲ ਨੇ ਕਿੰਨੇ ਸਮੇਂ ਵਿੱਚ ਇੱਕ ਵਿਸ਼ਾਲ 3 ਭਾਗਾਂ ਵਾਲੀ ਰਚਨਾ ਬ੍ਰਿਟਿਸ਼ ਇੰਡੀਆ ਦਾ ਇਤਿਹਾਸ ਪ੍ਰਕਾਸ਼ਿਤ ਕੀਤਾ? ਇਹਦੇ ਵਿੱਚ ਹਾਊ ਮੈਨੀ ਪੀਰੀਅਡ ਦੱਸਣੇ ਆਪਾਂ। ਆਪਸ਼ਨ ਹਨ ਹਿੰਦੂ, ਮੁਸਲਿਮ ਅਤੇ ਸਿੱਖ। ਦੂਸਰਾ ਆਪਸ਼ਨ ਹੈ ਜੀ ਹਿੰਦੂ, ਮੁਸਲਿਮ, ਅੰਗਰੇਜ਼। ਤੀਸਰਾ ਆਪਸ਼ਨ ਹੈ ਹਿੰਦੂ, ਮੁਸਲਿਮ, ਈਸਾਈ ਅਤੇ ਚੌਥਾ ਆਪਸ਼ਨ ਹੈ ਮੁਸਲਿਮ, ਅੰਗਰੇਜ਼ ਅਤੇ ਸਿੱਖ। 1817 ਦੇ ਵਿੱਚ ਜੇਮਸ ਮਿਲ ਨੇ ਇਹ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਦੇ ਵਿੱਚ ਇੰਡੀਅਨ ਹਿਸਟਰੀ ਨੂੰ 3 ਪੀਰੀਅਡਸ ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼ ਦੇ ਵਿੱਚ ਵੰਡਿਆ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼। ਅਗਲਾ ਪ੍ਰਸ਼ਨ ਹੈ ਜੀ ਬ੍ਰਿਟਿਸ਼ ਪ੍ਰਸ਼ਾਸਨ ਦੇ ਸੁਰੱਖਿਅਤ ਸਰਕਾਰੀ ਰਿਕਾਰਡ ਸਾਨੂੰ ਕੀ ਨਹੀਂ ਦੱਸਦੇ? ਆਪਸ਼ਨ ਹਨ ਅਧਿਕਾਰੀਆਂ ਨੇ ਕੀ ਸੋਚਿਆ, ਅਧਿਕਾਰੀਆਂ ਦੀ ਕੀ ਦਿਲਚਸਪੀ ਸੀ। ਸੀ ਆਪਸ਼ਨ ਹੈ ਜੀ ਅਧਿਕਾਰੀ ਉੱਤਰਾਧਿਕਾਰੀ ਲਈ ਕੀ ਸੁਰੱਖਿਅਤ ਰੱਖਣਾ ਚਾਹੁੰਦੇ ਸਨ ਤੇ ਲਾਸਟ ਵਾਲਾ ਆਪਸ਼ਨ ਹੈ ਜੀ ਦੇਸ਼ ਦੇ ਲੋਕ ਕੀ ਸੋਚਦੇ ਹਨ। ਓਫੀਸ਼ੀਅਲ ਰਿਕਾਰਡ ਤੋਂ ਅਸੀਂ ਬਹੁਤ ਕੁਝ ਜਾਣ ਸਕਦੇ ਹਾਂ ਪਰ ਇਹ ਜਿਹੜੇ ਰਿਕਾਰਡ ਸਨ ਇਹ ਸਾਨੂੰ ਇਹ ਦੱਸਦੇ ਆ ਕਿ ਅਧਿਕਾਰੀ ਕੀ ਸੋਚਦੇ ਹਨ, ਉਹਨਾਂ ਦੀ ਕੀ ਦਿਲਚਸਪੀ ਸੀ ਤੇ ਉਹ ਭਵਿੱਖ ਲਈ ਕਿਹੜਾ ਰਿਕਾਰਡ ਸੁਰੱਖਿਅਤ ਰੱਖਣਾ ਚਾਹੁੰਦੇ ਸਨ। ਇਹ ਰਿਕਾਰਡ ਸਾਨੂੰ ਇਹ ਸਮਝਣ ਵਿੱਚ ਮਦਦ ਨਹੀਂ ਕਰਦੇ ਕਿ ਦੇਸ਼ ਦੇ ਲੋਕ ਕੀ ਮਹਿਸੂਸ ਕਰਦੇ ਹਨ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਪਹਿਲੀ ਕਪਾਹ ਮਿਲ ਕਿੱਥੇ ਸਥਾਪਿਤ ਕੀਤੀ ਗਈ? ਆਪਸ਼ਨ ਹਨ ਰਾਂਚੀ, ਗੁਜਰਾਤ, ਬੰਬਈ ਜਾਂ ਅਹਿਮਦਾਬਾਦ। ਭਾਰਤ ਵਿੱਚ ਪਹਿਲੀ ਕਪਾਹ ਮਿਲ 1854 ਵਿੱਚ ਬੰਬਈ ਵਿੱਚ ਇੱਕ ਸਪਿਨਿੰਗ ਮਿਲ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਸੀ। 19ਵੀਂ ਸਦੀ ਦੇ ਸ਼ੁਰੂ ਤੋਂ ਹੀ ਬੰਬਈ ਭਾਰਤ ਤੋਂ ਇੰਗਲੈਂਡ ਅਤੇ ਚੀਨ ਨੂੰ ਕੱਚੇ ਕਪਾਹ ਦੇ ਨਿਰਯਾਤ ਲਈ ਇੱਕ ਮਹੱਤਵਪੂਰਨ ਬੰਦਰਗਾਹ ਸੀ। ਇਹ ਪੱਛਮੀ ਭਾਰਤ ਦੇ ਵਿਸ਼ਾਲ ਕਾਲੀ ਮਿੱਟੀ ਦੇ ਟਰੈਕਸ ਦੇ ਨੇੜੇ ਸੀ ਜਿੱਥੇ ਕਪਾਹ ਉਗਾਈ ਜਾਂਦੀ ਸੀ। ਅਗਲਾ ਪ੍ਰਸ਼ਨ ਹੈ ਟੀਪੂ ਸੁਲਤਾਨ ਦੀਆਂ ਮਹਾਨ ਤਲਵਾਰਾਂ ਬਣਾਉਣ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਗਈ ਸੀ? ਆਪਸ਼ਨ ਹਨ ਵੂਡਸ, ਲੋਹਾ, ਚਾਰਕੋਲ ਜਾਂ ਐਲੂਮੀਨੀਅਮ। ਟੀਪੂ ਸੁਲਤਾਨ ਦੀਆਂ ਮਹਾਨ ਤਲਵਾਰਾਂ ਜਿਹੜੀਆਂ ਹੁਣ ਇੰਗਲੈਂਡ ਦੇ ਅਜਾਇਬ ਘਰਾਂ ਦੇ ਵਿੱਚ ਹਨ, ਇਹ ਤਲਵਾਰ ਦਾ ਖਾਸ ਗੁਣ ਇਹ ਸੀ ਕਿ ਇਹ ਜਿਹੜੀ ਤਲਵਾਰ ਸੀ ਇੱਕ ਖਾਸ ਕਿਸਮ ਦੀ ਉੱਚ ਕਾਰਬਨ ਸਟੀਲ ਦੇ ਨਾਲ ਬਣੀ ਹੁੰਦੀ ਸੀ। ਇਹ ਤਲਵਾਰ ਬਹੁਤ ਸਖਤ ਹੁੰਦੀ ਸੀ ਅਤੇ ਵਿਰੋਧੀ ਦਾ ਜਿਹੜਾ ਕਵਚ ਹੈ ਉਹਨੂੰ ਆਸਾਨੀ ਨਾਲ ਪਾੜ ਸਕਦੀ ਸੀ। ਇਹ ਤਲਵਾਰ ਵੂਡਸ ਨਾਮਕ ਉੱਚ ਕਾਰਬਨ ਸਟੀਲ ਤੋਂ ਬਣੀ ਹੁੰਦੀ ਸੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਵੂਡਸ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਘੜਨ ਦੇ ਦੌਰਾਨ ਹੇਠ ਲਿਖਿਆਂ ਵਿਸ਼ਿਆਂ ਵਿੱਚੋਂ ਕਿਸ ਨੂੰ ਸੰਘ ਦੀ ਸੂਚੀ ਵਿੱਚ ਰੱਖਿਆ ਗਿਆ ਸੀ? ਆਪਸ਼ਨ ਹਨ ਰੱਖਿਆ ਅਤੇ ਵਿਦੇਸ਼ੀ ਮਾਮਲੇ, ਸਿੱਖਿਆ ਅਤੇ ਸਿਹਤ, ਜੰਗਲ ਅਤੇ ਖੇਤੀਬਾੜੀ ਜਾਂ ਸਿੱਖਿਆ ਅਤੇ ਖੇਤੀਬਾੜੀ। ਸੰਵਿਧਾਨ ਦੇ ਵਿੱਚ ਜਿਹੜੀਆਂ 3 ਸੂਚੀਆਂ ਨੇ ਜਿਹਨਾਂ ਨਾਲ ਯੂਨੀਅਨ ਲਿਸਟ ਅਤੇ ਸਟੇਟ ਲਿਸਟ ਅਤੇ ਕੰਕਰੇਟ ਲਿਸਟ ਹੈ, ਸੰਵਿਧਾਨ ਘੜਨ ਦੇ ਦੌਰਾਨ ਜਿਹੜੀ ਰੱਖਿਆ ਅਤੇ ਵਿਦੇਸ਼ੀ ਮਾਮਲੇ ਨੂੰ ਸੈਂਟਰ ਲਿਸਟ ਦੇ ਵਿੱਚ ਰੱਖਿਆ ਗਿਆ ਸੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਹੇਠ ਦਿੱਤੇ ਵਿੱਚੋਂ ਕਿਹਨਾਂ ਨੂੰ ਗੈਰ ਨਿਵਿਆਉਣਯੋਗ ਸਰੋਤਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ? ਆਪਸ਼ਨ ਹਨ
ਸੂਰਜੀ ਊਰਜਾ, ਪੈਟਰੋਲੀਅਮ, ਕੁਦਰਤੀ ਗੈਸ ਜਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੋਵੇਂ। ਗੈਰ ਨਵਿਆਉਣਯੋਗ ਉਹ ਪਥਰਾੜ ਬਾਲਣ ਹਨ ਜਿਨ੍ਹਾਂ ਨੂੰ ਬਣਾਉਣ ਦੇ ਵਿੱਚ ਲੱਖਾਂ ਸਾਲ ਲੱਗ ਜਾਂਦੇ ਨੇ। ਇੱਥੇ ਪੈਟਰੋਲੀਅਮ ਅਤੇ ਨੈਚੁਰਲ ਗੈਸ ਇਹ ਦੋਨੋਂ ਹੀ ਗੈਰ ਨਵਿਆਉਣਯੋਗ ਸਰੋਤ ਆਫ ਐਨਰਜੀ ਹਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਡੀ ਆਪਸ਼ਨ, ਬੀ ਅਤੇ ਸੀ ਦੋਵੇਂ। ਅਗਲਾ ਪ੍ਰਸ਼ਨ ਹੈ, ਵਿਸ਼ੇਸ਼ ਤੌਰ 'ਤੇ ਬਣਾਏ ਟੈਂਕਾਂ ਅਤੇ ਤਲਾਬਾਂ ਵਿੱਚ ਮੱਛੀਆਂ ਦੇ ਪ੍ਰਜਨਨ ਨੂੰ ਡੈਸ਼ ਕਿਹਾ ਜਾਂਦਾ ਹੈ। ਆਪਸ਼ਨ ਹੈ ਸ਼ੇਰੀਕਲਚਰ, ਵਿਟੀਕਲਚਰ, ਮੱਛੀ ਪਾਲਣ ਜਾਂ ਬਾਗਬਾਨੀ। ਹਾਂਜੀ, ਸੇਰੀਕਲਚਰ ਹੁੰਦਾ ਹੈ ਜੀ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ। ਵਿਟੀਕਲਚਰ ਹੁੰਦਾ ਹੈ ਹਾਰਵੈਸਟਿੰਗ ਆਫ ਗ੍ਰੇਪਸ ਯਾਨੀ ਕਿ ਅੰਗੂਰਾਂ ਦੀ ਖੇਤੀ। ਇਸ ਤੋਂ ਬਾਅਦ ਇਹਦੀ ਸ਼ਰਾਬ ਵੀ ਬਣਾਈ ਜਾਂਦੀ ਹੈ। ਬਾਗਬਾਨੀ ਬਾਰੇ ਤੁਸੀਂ ਜਾਣਦੇ ਹੋ। ਪੈਸੀਕਲਚਰ ਹੁੰਦਾ ਹੈ ਮੱਛੀ ਪਾਲਣਾ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਸੀ ਆਪਸ਼ਨ। ਅਗਲਾ ਪ੍ਰਸ਼ਨ ਹੈ, ਸਲੈਸ਼ ਐਂਡ ਬਰਨ ਖੇਤੀਬਾੜੀ ਦਾ ਕੀ ਅਰਥ ਹੈ। ਆਪਸ਼ਨ ਹਨ ਖਾਨਾ ਬਦੋਸ਼ ਪਸ਼ੂ ਪਾਲਣ, ਤੀਬਰ ਨਿਰਵਿਘਨ ਖੇਤੀ, ਸ਼ਿਫਟਿੰਗ ਕਾਸਟ ਜਾਂ ਵਪਾਰਕ ਖੇਤੀ। ਪ੍ਰੀਮੇਟਿਵ ਸਬਸਿਸਟੈਂਸ ਐਗਰੀਕਲਚਰ, ਜਿਹਨੂੰ ਤੁਸੀਂ ਸ਼ਿਫਟਿੰਗ ਕਲਟੀਵੇਸ਼ਨ ਜਾਂ ਸਲੈਸ਼ ਐਂਡ ਬਰਨ ਕਲਟੀਵੇਸ਼ਨ ਵੀ ਕਹਿੰਦੇ ਆ, ਇਹ ਇੱਕ ਬਹੁਤ ਹੀ ਪੁਰਾਣਾ ਖੇਤੀਬਾੜੀ ਕਰਨ ਦਾ ਤਰੀਕਾ ਹੈ ਜਿਹਦੇ ਵਿੱਚ ਕਿਸੇ ਜਗ੍ਹਾ ਦੇ ਜੰਗਲ ਨੂੰ ਅੱਗ ਲਗਾ ਕੇ ਉਹਦੀ ਜਿਹੜੀ ਰਾਖ ਹੈ ਉਹਦੇ ਨਾਲ ਜਦੋਂ ਮਿੱਟੀ ਉਪਜਾਊ ਹੋ ਜਾਂਦੀ ਹੈ ਉੱਥੇ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਫਿਰ ਜਦੋਂ ਉਹਦੀ ਉਪਜਾਊ ਸ਼ਕਤੀ ਘਟਦੀ ਹੈ ਤਾਂ ਅੱਗੇ ਸ਼ਿਫਟ ਕੀਤਾ ਜਾਂਦਾ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਸੀ ਆਪਸ਼ਨ। ਅਗਲਾ ਪ੍ਰਸ਼ਨ ਹੈ ਜੀ, ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਹਲਕੀਆਂ ਗੈਸਾਂ ਹੀਲੀਅਮ ਅਤੇ ਹਾਈਡਰੋਜਨ ਹੁੰਦੀਆਂ ਹਨ। ਆਪਸ਼ਨ ਹਨ ਐਕਸੋਸਫੀਅਰ, ਮੈਸੋਸਫੀਅਰ, ਥਰਮੋਸਫੀਅਰ ਜਾਂ ਸਟ੍ਰੈਟੋਸਫੀਅਰ। ਵਾਯੂਮੰਡਲ ਦੀ ਐਕਸੋਸਫੀਅਰ ਦੇ ਵਿੱਚ ਹਲਕੀਆਂ ਗੈਸਾਂ ਹਾਈਡਰੋਜਨ ਅਤੇ ਹੀਲੀਅਮ ਹੁੰਦੀਆਂ ਹਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਏ ਆਪਸ਼ਨ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਦਾ ਮਿਲਾਨ ਕਰੋ। ਸਾਨੂੰ A B C D 4 ਇੱਕ ਕਾਲਮ ਦੇ ਵਿੱਚ ਦਿੱਤੇ ਨੇ ਅਤੇ 1 2 3 4 ਦੂਸਰੇ ਕਾਲਮ ਦੇ ਵਿੱਚ ਦਿੱਤੇ ਨੇ। ਆਪਾਂ ਇਹਨਾਂ ਨੂੰ ਮਿਲਾਨ ਕਰਨਾ ਹੈ। ਇੱਕ ਸਾਈਡ 'ਤੇ ਆ ਸਥਾਈ ਹਵਾਵਾਂ, ਮੌਸਮੀ ਹਵਾਵਾਂ, ਸਥਾਨਕ ਹਵਾਵਾਂ ਅਤੇ ਚੱਕਰਵਾਤ। ਦੂਸਰੇ ਕਾਲਮ ਦੇ ਵਿੱਚ ਹੈ ਪੱਛਮੀ ਅਤੇ ਪੂਰਬੀ ਹਵਾਵਾਂ, ਭਾਰਤ ਵਿੱਚ ਮਾਨਸੂਨ, ਜ਼ਮੀਨੀ ਅਤੇ ਸਮੁੰਦਰੀ ਹਵਾਵਾਂ। ਅਤੇ ਚੌਥਾ ਆਪਸ਼ਨ ਹੈ ਬੰਗਾਲ ਦੀ ਖਾੜੀ। ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਦੇਖ ਸਕਦੇ ਹੋ। ਇਹਨੂੰ ਅਸੀਂ ਮਿਲਾਨ ਕਰਦੇ ਹਾਂ ਜੀ। ਜਿਹੜੀਆਂ ਪਰਮਾਨੈਂਟ ਵਿੰਡਸ ਨੇ, ਜਿਹਨੂੰ ਸਥਾਈ ਹਵਾਵਾਂ ਕਹਿੰਦੇ ਨੇ, ਇਹ ਪੱਛਮੀ ਅਤੇ ਪੂਰਬੀ ਹਵਾਵਾਂ ਨੇ ਜਿਹੜੀਆਂ ਸਾਰਾ ਸਾਲ ਵਗਦੀਆਂ ਨੇ। ਪਰਮਾਨੈਂਟ ਵਿੰਡ ਨੇ ਇਹ। ਸੀਜ਼ਨਲ ਵਿੰਡ ਜਿਹਨੂੰ ਮੌਸਮੀ ਹਵਾਵਾਂ ਕਹਿੰਦੇ ਆ, ਇਹ ਭਾਰਤ ਵਿੱਚ ਜਿਵੇਂ ਮਾਨਸੂਨ ਦੇ ਵਿੱਚ ਜਿਹੜੀਆਂ ਹਵਾਵਾਂ ਵਗਦੀਆਂ ਨੇ ਇੱਕ ਖਾਸ ਡਾਇਰੈਕਸ਼ਨ ਦੇ ਵਿੱਚ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਾਨਸੂਨ ਵਿੰਡ। ਅਤੇ ਉਸ ਤੋਂ ਬਾਅਦ ਜਿਹੜੀਆਂ ਸਥਾਨਕ ਹਵਾਵਾਂ ਨੇ ਇਹ ਹੁੰਦੀਆਂ ਨੇ ਜ਼ਮੀਨੀ ਅਤੇ ਸਮੁੰਦਰੀ ਹਵਾਵਾਂ। ਲੈਂਡ ਬਰੀਜ਼, ਸੀ ਬਰੀਜ਼, ਇਹ ਤਾਪਮਾਨ ਦੇ ਡਿਫਰੈਂਸ ਦੇ ਕਰਕੇ ਵਗਦੀਆਂ ਨੇ। ਅਤੇ ਲਾਸਟ ਦੇ ਵਿੱਚ ਹੈ ਚੱਕਰਵਾਤ। ਚੱਕਰਵਾਤ ਨੂੰ ਮਿਲਾਵਾਂਗੇ ਅਸੀਂ ਬੰਗਾਲ ਦੀ ਖਾੜੀ ਦੇ ਨਾਲ, ਕਿਉਂਕਿ ਉੜੀਸਾ ਦੇ ਵਿੱਚ ਪਿੱਛੇ ਜੇ ਇੱਕ ਬੜਾ ਵੱਡਾ ਸਾਈਕਲੋਨ ਆਇਆ ਸੀ ਜਿਹੜਾ ਬੇ ਆਫ ਬੰਗਾਲ ਤੋਂ ਓਰੀਜਨੇਟ ਹੋਇਆ ਸੀ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਏ ਆਪਸ਼ਨ। ਏ ਦਾ ਪਹਿਲਾ, ਬੀ ਦਾ ਦੂਜਾ, ਸੀ ਦਾ ਤੀਜਾ ਅਤੇ ਡੀ ਦਾ ਚੌਥਾ। ਅਗਲਾ ਪ੍ਰਸ਼ਨ ਹੈ, ਸਮੁੰਦਰ ਦੀਆਂ ਸਤਹਾਂ 'ਤੇ ਇੱਕ ਨਿਸ਼ਚਿਤ ਦਿਸ਼ਾ ਵਿੱਚ ਲਗਾਤਾਰ ਵਹਿਣ ਵਾਲੀਆਂ ਪਾਣੀ ਦੀਆਂ ਧਾਰਾਵਾਂ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹਨ ਸਮੁੰਦਰੀ ਧਾਰਾਵਾਂ, ਛੱਲਾਂ, ਲਹਿਰਾਂ ਜਾਂ ਤੂਫਾਨ। ਸਮੁੰਦਰ ਦਾ ਪਾਣੀ ਜਿਹੜਾ ਹੈ ਇਹ ਹੌਰੀਜੈਂਟਲ ਵੀ ਮੋਸ਼ਨ ਕਰਦਾ ਹੈ ਅਤੇ ਵਰਟੀਕਲ ਮੋਸ਼ਨ ਵੀ ਕਰਦਾ ਹੈ। ਜਿਹੜਾ ਵਰਟੀਕਲ ਮੋਸ਼ਨ ਹੈ ਉਹਦੇ ਬਾਰੇ ਤੁਸੀਂ ਜਾਣਦੇ ਹੋ। ਵਰਟੀਕਲ ਮੋਸ਼ਨ ਦੇ ਨਾਲ ਟਾਈਡਸ ਯਾਨੀ ਕਿ ਛੱਲਾਂ ਪੈਦਾ ਹੁੰਦੀਆਂ ਨੇ ਅਤੇ ਹੌਰੀਜੈਂਟਲ ਮੋਸ਼ਨ ਦੇ ਨਾਲ ਓਸ਼ਨ ਕਰੰਟ ਅਤੇ ਵੇਵਜ਼ ਪੈਦਾ ਹੁੰਦੀਆਂ ਨੇ। ਹੁਣ ਓਸ਼ਨ ਕਰੰਟ ਦੇ ਵਿੱਚ ਕੀ ਹੁੰਦਾ ਹੈ ਕਿ ਓਸ਼ਨ ਕਰੰਟ ਦੇ ਵਿੱਚ ਇੱਕ ਬਹੁਤ ਸਾਰਾ ਪਾਣੀ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਲਗਾਤਾਰ ਮੋਸ਼ਨ ਕਰਦਾ ਹੈ, ਠੀਕ ਹੈ। ਅਤੇ ਲਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਹੌਰੀਜੈਂਟਲ ਮੋਸ਼ਨ ਕਰਦਾ ਹੈ। ਇੱਥੇ ਇੱਕ ਨਿਸ਼ਚਿਤ ਦਿਸ਼ਾ ਦੇ ਵਿੱਚ ਲਗਾਤਾਰ ਵਹਿਣ ਵਾਲੇ ਪਾਣੀ ਦੀ ਗੱਲ ਕੀਤੀ ਗਈ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਓਸ਼ੀਅਨ ਕਰੰਟਸ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਪੂਰਨਮਾਸ਼ੀ ਅਤੇ ਨਵੇਂ ਚੰਦ ਦੇ ਦੌਰਾਨ ਸੂਰਜ, ਚੰਦਰਮਾ ਅਤੇ ਧਰਤੀ ਇੱਕੋ ਲਾਈਨ ਵਿੱਚ ਹੁੰਦੇ ਹਨ। ਛੱਲਾਂ ਸਭ ਤੋਂ ਵੱਧ ਹੁੰਦੀਆਂ ਹਨ। ਇਹ ਛੱਲਾਂ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹਨ ਸਪਰਿੰਗ ਟਾਈਡਸ, ਨਵੀਆਂ ਛੱਲਾਂ, ਨੀਪ ਟਾਈਡਸ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਮੱਸਿਆ ਅਤੇ ਪੁੰਨਿਆ ਨੂੰ ਜਿਹੜਾ ਸਮੁੰਦਰ ਦੇ ਵਿੱਚ ਜਵਾਰ ਭਾਟਾ ਹੁੰਦਾ ਜਿਹਦੇ ਵਿੱਚ ਬਹੁਤ ਉੱਚੀਆਂ ਛੱਲਾਂ ਉੱਠਦੀਆਂ ਨੇ ਉਹਨੂੰ ਕਹਿੰਦੇ ਆਪਾਂ ਸਪਰਿੰਗ ਟਾਈਡਸ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਕਿਸ ਗ੍ਰਹਿ ਨੂੰ ਧਰਤੀ ਦਾ ਜੁੜਵਾਂ ਮੰਨਿਆ ਜਾਂਦਾ ਹੈ। ਆਪਸ਼ਨ ਹਨ ਬੁੱਧ, ਸ਼ੁੱਕਰ, ਸ਼ਨੀ ਜਾਂ ਬ੍ਰਹਿਸਪਤੀ। ਸ਼ੁੱਕਰ ਗ੍ਰਹਿ ਮਤਲਬ ਵੀਨਸ ਨੂੰ ਉਹਦੇ ਸ਼ੇਪ ਅਤੇ ਸਾਈਜ਼ ਜਿਹੜੀ ਧਰਤੀ ਦੇ ਸਿਮਿਲਰ ਹੈ ਆਲਮੋਸਟ, ਇਹਦੇ ਕਰਕੇ ਧਰਤੀ ਦਾ ਜੁੜਵਾਂ ਗ੍ਰਹਿ ਮੰਨਿਆ ਜਾਂਦਾ ਹੈ। ਬੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, 7 ਤਾਰਿਆਂ ਦੇ ਸਮੂਹ ਦੁਆਰਾ ਕਿਹੜਾ ਤਾਰਾ ਮੰਡਲ ਬਣਦਾ ਹੈ। ਆਪਸ਼ਨ ਹਨ ਉਰਸਾ ਮੇਜਰ, ਬਿਗ ਬੀਅਰ, ਸਪਤਰਿਸ਼ੀ ਜਾਂ ਇਹਨਾਂ ਵਿੱਚੋਂ
ਕੋਈ ਨਹੀਂ। 7 ਤਾਰਿਆਂ ਦੇ ਸਮੂਹ ਨੂੰ ਸਪਤਰਿਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਰਸਾ ਮੇਜਰ ਜਾਂ ਬਿਗ ਬੀਅਰ ਇਹਦਾ ਹੀ ਇੱਕ ਪਾਰਟ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਸਪਤਰਿਸ਼ੀ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਦੁਨੀਆ ਦੇ ਸਭ ਤੋਂ ਉੱਚੇ ਸੜਕ ਮਾਰਗਾਂ ਵਿੱਚੋਂ ਇੱਕ ਹੈ? ਆਪਸ਼ਨ ਹਨ ਮਨਾਲੀ ਲੇਹ, ਚਾਂਗਲਾ, ਮੁੰਬਈ ਪੁਣੇ ਜਾਂ ਦਿੱਲੀ ਚੰਡੀਗੜ੍ਹ। ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚ ਮਨਾਲੀ ਲੇਹ ਹਾਈਵੇ ਜਿਹੜਾ ਹੈ ਉਹ ਦੁਨੀਆ ਦੇ ਸਭ ਤੋਂ ਉੱਚੇ ਸੜਕ ਮਾਰਗਾਂ ਦੇ ਵਿੱਚੋਂ ਇੱਕ ਹੈ। ਅਗਲਾ ਪ੍ਰਸ਼ਨ ਹੈ, ਜ਼ਮੀਨ ਦੇ ਹੇਠਾਂ ਕਿਸ ਕਿਸਮ ਦੀ ਸੜਕ ਬਣਾਈ ਜਾਂਦੀ ਹੈ? ਆਪਸ਼ਨ ਹਨ ਫਲਾਈਓਵਰ, ਐਕਸਪ੍ਰੈਸਵੇ, ਸਬਵੇ ਜਾਂ ਨੈਸ਼ਨਲ ਹਾਈਵੇ। ਜ਼ਮੀਨ ਦੇ ਹੇਠਾਂ ਬਣਨ ਵਾਲੇ ਰੋਡ ਨੂੰ ਕਹਿੰਦੇ ਹਾਂ ਸਬਵੇ ਜਾਂ ਅੰਡਰਪਾਥ। ਅਗਲਾ ਪ੍ਰਸ਼ਨ ਹੈ, ਵਾਤਾਵਰਣ ਦਾ ਕਿਹੜਾ ਖੇਤਰ ਜੰਗਲ ਚਰਾਉਣ ਲਈ ਘਾਹ ਦੇ ਮੈਦਾਨ, ਖੇਤੀਬਾੜੀ ਲਈ ਜ਼ਮੀਨ ਅਤੇ ਮਨੁੱਖੀ ਵਸੇਬੇ ਪ੍ਰਦਾਨ ਕਰਦਾ ਹੈ? ਆਪਸ਼ਨ ਹਨ ਵਾਯੂਮੰਡਲ, ਸਥਲ ਮੰਡਲ, ਜਲ ਮੰਡਲ ਜਾਂ ਜੀਵ ਮੰਡਲ। ਵਾਤਾਵਰਣ ਦਾ ਜਿਹੜਾ ਸਥਲ ਮੰਡਲ ਖੇਤਰ ਹੈ ਇਹ ਜੰਗਲ ਚਰਾਉਣ ਲਈ ਘਾਹ ਦੇ ਮੈਦਾਨ, ਖੇਤੀਬਾੜੀ ਲਈ ਜ਼ਮੀਨ ਅਤੇ ਮਨੁੱਖੀ ਵਸੇਬੇ ਪ੍ਰਦਾਨ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਵਾਤਾਵਰਣ ਦਾ ਐਬਾਇਓਟਿਕ ਕੰਪੋਨੈਂਟ ਕੀ ਹਵਾਲਾ ਦਿੰਦਾ ਹੈ? ਆਪਸ਼ਨ ਹਨ ਨਿਰਜੀਵ ਤੱਤਾਂ ਦਾ ਸੰਸਾਰ, ਨਾਨ ਲਿਵਿੰਗ ਐਲੀਮੈਂਟਸ, ਜੀਵਾਂ ਦਾ ਸੰਸਾਰ, ਲਿਵਿੰਗ ਆਰਗੇਨਿਜ਼ਮ, ਜੀਵਤ ਅਤੇ ਨਿਰਜੀਵ ਤੱਤਾਂ ਦਾ ਸੰਸਾਰ ਜਾਂ ਪੌਦਿਆਂ ਅਤੇ ਜਾਨਵਰਾਂ ਦਾ ਇਕੱਠਾ ਸੰਸਾਰ। ਐਬਾਇਓਟਿਕ ਹੁੰਦਾ ਹੈ ਜੀ ਦਾ ਵਰਡ ਆਫ ਨਾਨ ਲਿਵਿੰਗ ਐਲੀਮੈਂਟਸ ਜਾਂ ਨਿਰਜੀਵ ਤੱਤਾਂ ਦਾ ਸੰਸਾਰ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਉੱਤਰੀ ਅਰਧ ਗੋਲੇ ਵਿੱਚ ਕਰਕ ਰੇਖਾ ਅਤੇ ਆਰਕਟਿਕ ਸਰਕਲ ਨਾਲ ਘਿਰੇ ਖੇਤਰ ਅਤੇ ਦੱਖਣੀ ਅਰਧ ਗੋਲੇ ਵਿੱਚ ਮਕਰ ਰੇਖਾ ਅਤੇ ਅੰਟਾਰਕਟਿਕ ਸਰਕਲ ਨਾਲ ਘਿਰੇ ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਹਨ ਟੋਰੀਡ ਜ਼ੋਨ, ਠੰਡਾ ਜ਼ੋਨ, ਪ੍ਰਾਈਮ ਮੈਰੀਡੀਅਨ ਜਾਂ ਟੈਂਪੋਰੇਟ ਜ਼ੋਨ। ਇਹ ਜਿਹੜਾ ਖੇਤਰ ਹੈ ਇਹਦਾ ਜਿਹੜਾ ਤਾਪਮਾਨ ਹੈ ਉਹ ਦਰਮਿਆਨਾ ਜਿਹਾ ਰਹਿੰਦਾ ਹੈ, ਇਸ ਕਰਕੇ ਇਹਨੂੰ ਕਹਿੰਦੇ ਨੇ ਟੈਂਪਰੇਟ ਜ਼ੋਨ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਈਸਾਈ ਧਰਮ ਲਿਆਉਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਆਪਸ਼ਨ ਹਨ ਸੇਂਟ ਥਾਮਸ, ਇਬਨ ਬਤੂਤਾ, ਵਾਸਕੋ ਡੀ ਗਾਮਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਹ ਮੰਨਿਆ ਜਾਂਦਾ ਹੈ ਕਿ ਸੇਂਟ ਥਾਮਸ ਲਗਭਗ 2000 ਸਾਲ ਪਹਿਲਾਂ ਭਾਰਤ ਆਏ ਸਨ ਤੇ ਭਾਰਤ ਵਿੱਚ ਈਸਾਈ ਧਰਮ ਲਿਆਉਣ ਦਾ ਸਿਹਰਾ ਉਹਨਾਂ ਨੂੰ ਜਾਂਦਾ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਕਲਪਨਾ ਕਰੋ ਜਦੋਂ ਲੋਕ ਕਹਿੰਦੇ ਹਨ ਕਿ ਜੋ ਲੋਕ ਕਿਸੇ ਖਾਸ ਦੇਸ਼, ਧਰਮ, ਲਿੰਗ, ਨਸਲ ਜਾਂ ਆਰਥਿਕ ਪਿਛੋਕੜ ਨਾਲ ਸੰਬੰਧਿਤ ਹਨ ਉਹ ਕੰਜੂਸ, ਆਲਸੀ, ਅਪਰਾਧੀ ਜਾਂ ਗੂੰਗੇ ਹਨ। ਇਸ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੀ ਉਦਾਹਰਨ ਵਜੋਂ ਸਭ ਤੋਂ ਵਧੀਆ ਸ਼੍ਰੇਣੀਬੱਧ ਕੀਤਾ ਗਿਆ ਹੈ? ਆਪਸ਼ਨ ਹਨ ਪੱਖਪਾਤ, ਸਟੀਰੀਓਟਾਈਪਿੰਗ, ਵਿਤਕਰਾ ਜਾਂ ਵਿਭਿੰਨ ਰਵੱਈਆ। ਜਦੋਂ ਕੁਝ ਲੋਕਾਂ ਦੇ ਪ੍ਰਤੀ ਵਤੀਰਾ ਹਮੇਸ਼ਾ ਨੈਗੇਟਿਵ ਹੋਵੇ ਤਾਂ ਇਸ ਤਰ੍ਹਾਂ ਦੇ ਵਤੀਰੇ ਨੂੰ ਆਪਾਂ ਕਹਿੰਦੇ ਹਾਂ ਪੱਖਪਾਤ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਪ੍ਰਤੀਨਿਧ ਲੋਕਤੰਤਰ ਕਿਹਾ ਜਾਂਦਾ ਹੈ? ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀਜ਼। ਆਪਸ਼ਨ ਹਨ ਮੋਨੈਰਚੀ, ਰਾਜਸ਼ਾਹੀ, ਜਮਹੂਰੀ ਸਰਕਾਰ, ਕੁਲੀਨਤਾ ਜਾਂ ਤਾਨਾਸ਼ਾਹੀ। ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਯਾਨੀ ਕਿ ਪ੍ਰਤੀਨਿਧੀ ਲੋਕਤੰਤਰ, ਡੈਮੋਕ੍ਰੇਟਿਕ ਗਵਰਨਮੈਂਟ, ਜਮਹੂਰੀ ਸਰਕਾਰ ਨੂੰ ਹੀ ਕਹਿੰਦੇ ਹਨ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਫਸਟ ਲੈਵਲ ਆਫ ਡੈਮੋਕ੍ਰੇਟਿਕ ਗਵਰਨਮੈਂਟ ਇਨ ਪੰਚਾਇਤੀ ਰਾਜ ਇਨ ਰੂਰਲ ਏਰੀਆ ਕਿਹੜਾ ਹੈ? ਆਪਸ਼ਨ ਹਨ ਗ੍ਰਾਮ ਪੰਚਾਇਤ, ਗ੍ਰਾਮ ਸਭਾ, ਪੰਚਾਇਤ ਸਮਿਤੀ ਜਾਂ ਜ਼ਿਲ੍ਹਾ ਪਰਿਸ਼ਦ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗ੍ਰਾਮ ਪੰਚਾਇਤ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਜ਼ਮੀਨੀ ਰਿਕਾਰਡ ਕੌਣ ਰੱਖਦਾ ਹੈ ਅਤੇ ਕੌਣ ਕਿਸਾਨਾਂ ਤੋਂ ਜ਼ਮੀਨੀ ਮਾਲੀਆ ਇਕੱਠਾ ਕਰਨ ਦਾ ਪ੍ਰਬੰਧ ਕਰਦਾ ਹੈ ਅਤੇ ਖੇਤਰ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਬਾਰੇ ਸਰਕਾਰ ਨੂੰ ਜਾਣਕਾਰੀ ਕੌਣ ਪ੍ਰਦਾਨ ਕਰਦਾ ਹੈ? ਆਪਸ਼ਨ ਹਨ ਪਟਵਾਰੀ, ਜ਼ਿਲ੍ਹਾ ਕੁਲੈਕਟਰ, ਤਹਿਸੀਲਦਾਰ ਜਾਂ ਕਿਸਾਨ। ਇਹ ਸਾਰੇ ਕੰਮ ਕਰਦਾ ਹੈ ਜੀ ਪਟਵਾਰੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਪਟਵਾਰੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਕਿਸ ਰਾਜ ਨੇ ਪਹਿਲੀ ਵਾਰ ਦੁਪਹਿਰ ਦੇ ਖਾਣੇ ਦੀ ਯੋਜਨਾ ਸ਼ੁਰੂ ਕੀਤੀ? ਮਿਡ ਡੇ ਮੀਲ ਸਕੀਮ ਦੀ ਯੋਜਨਾ ਕਿਹਨੇ ਸ਼ੁਰੂ ਕੀਤੀ? ਆਪਸ਼ਨ ਹਨ ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ। ਇਹ ਸ਼ੁਰੂਆਤ ਸਭ ਤੋਂ ਪਹਿਲਾਂ ਕੀਤੀ ਸੀ ਜੀ ਤਾਮਿਲਨਾਡੂ ਨੇ, ਲਗਭਗ 1995 ਦੇ ਵਿੱਚ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਜਨਤਕ ਸਿਹਤ ਦੇ ਖੇਤਰ ਵਿੱਚ ਕੋਸਟਾ ਰੀਕਨ ਪਹੁੰਚ ਵਜੋਂ ਕੀ ਜਾਣਿਆ ਜਾਂਦਾ ਹੈ? ਆਪਸ਼ਨ ਹਨ ਫੌਜੀ ਜਵਾਨਾਂ ਦੀ ਸਿਹਤ ਤੇ ਪੈਸਾ ਖਰਚ ਕਰਨਾ, ਫੌਜ ਦੀ ਬਜਾਏ ਸਿਹਤ ਸਿੱਖਿਆ ਅਤੇ ਲੋਕਾਂ ਦੀਆਂ ਹੋਰ ਬੁਨਿਆਦੀ ਲੋੜਾਂ ਤੇ ਪੈਸਾ ਖਰਚ ਕਰਨਾ, ਸਿਹਤ ਅਤੇ ਰੱਖਿਆ ਤੇ ਬਰਾਬਰ ਖਰਚ ਕਰਨਾ ਜਾਂ ਲੋਕਾਂ ਨਾਲੋਂ ਫੌਜ ਤੇ ਜ਼ਿਆਦਾ ਖਰਚ ਕਰਨਾ। ਹਾਂਜੀ, ਜਿਹੜਾ ਕੋਸਟਾ ਰੀਸਾ ਹੈ ਇਹ ਸੈਂਟਰਲ ਅਮਰੀਕਾ ਦਾ ਇੱਕ ਸਿਹਤਮੰਦ ਦੇਸ਼ਾਂ ਦੇ ਵਿੱਚੋਂ ਇੱਕ ਹੈ। ਉਹਦਾ ਕਾਰਨ ਉਹਦੇ ਸੰਵਿਧਾਨ ਦੇ ਵਿੱਚ ਹੀ ਹੈ। ਕੁਝ ਸਮੇਂ ਪਹਿਲਾਂ ਉਹਨਾਂ ਨੇ ਇੱਕ ਬਹੁਤ ਹੀ ਮਹੱਤਵਪੂਰਨ ਡਿਸੀਜਨ ਲਿਆ ਕਿ ਦੇਸ਼ ਦੀ ਕੋਈ ਆਰਮੀ ਨਹੀਂ ਹੋਏਗੀ ਅਤੇ ਉਹ ਜਿਹੜਾ ਪੈਸਾ ਹੈ ਜਿਹੜਾ ਆਰਮੀ ਦਾ ਨਾਂ ਰੱਖਣ ਦੇ ਕਰਕੇ ਬਚਿਆ ਉਸ ਨੂੰ ਸਿਹਤ, ਸਿੱਖਿਆ ਅਤੇ ਹੋਰ ਜ਼ਰੂਰੀ ਲੋੜਾਂ ਵਾਸਤੇ ਵਰਤਿਆ ਜਾਵੇਗਾ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਫੌਜ ਦੀ ਬਜਾਏ ਸਿਹਤ, ਸਿੱਖਿਆ ਅਤੇ ਲੋਕਾਂ ਦੀਆਂ ਹੋਰ ਬੁਨਿਆਦੀ ਲੋੜਾਂ 'ਤੇ ਪੈਸਾ ਖਰਚ ਕਰਨਾ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ।
ਅਗਲਾ ਪ੍ਰਸ਼ਨ ਹੈ, ਜਿਸ ਸਿਆਸੀ ਪਾਰਟੀ ਕੋਲ ਬਹੁਮਤ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਹਨ ਸਿਆਸੀ ਪਾਰਟੀ, ਸੱਤਾਧਾਰੀ ਪਾਰਟੀ, ਵਿਰੋਧੀ ਧਿਰ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਜਿਸ ਪੋਲੀਟੀਕਲ ਪਾਰਟੀ ਦੇ ਕੋਲ ਮੈਜੋਰਿਟੀ ਹੋਵੇ ਉਸ ਨੂੰ ਰੂਲਿੰਗ ਪਾਰਟੀ ਕਹਿੰਦੇ ਨੇ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਰੂਲਿੰਗ ਪਾਰਟੀ, ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਸਰਕਾਰ ਦੁਆਰਾ ਕਿਸੇ ਫਿਲਮ ਦੇ ਕਿਸੇ ਖਬਰ ਜਾਂ ਸੀਨ ਜਾਂ ਗੀਤ ਦੇ ਬੋਲਾਂ ਨੂੰ ਜ਼ਿਆਦਾ ਲੋਕਾਂ ਨਾਲ ਸਾਂਝਾ ਕਰਨ ਤੋਂ ਰੋਕਣ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਹਨ ਐਮਰਜੈਂਸੀ ਕਿਹਾ ਜਾਂਦਾ ਹੈ, ਸੈਂਸਰਸ਼ਿਪ ਕਿਹਾ ਜਾਂਦਾ ਹੈ, ਸਮਾਜਿਕ ਇਸ਼ਤਿਹਾਰਬਾਜ਼ੀ ਜਾਂ ਫਿਰ ਜਨਤਕ ਵਿਰੋਧ ਕਿਹਾ ਜਾਂਦਾ ਹੈ। ਇਹਨੂੰ ਕਹਿੰਦੇ ਨੇ ਜੀ ਸੈਂਸਰਸ਼ਿਪ, ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, 13 ਸਾਲ ਦਾ ਬੱਚਾ ਕਾਰਪੇਟ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਹੈ ਤਾਂ ਕਿਹੜੇ ਮੌਲਿਕ ਅਧਿਕਾਰ ਦੀ ਉਲੰਘਣਾ ਹੋਵੇਗੀ? ਆਪਸ਼ਨ ਹਨ ਰਾਈਟ ਟੂ ਫਰੀडम ਆਫ ਰਿਲੀਜਨ, ਅਗਲਾ ਆਪਸ਼ਨ ਹੈ ਸਮਾਨਤਾ ਦਾ ਅਧਿਕਾਰ, ਅਗਲਾ ਹੈ ਜੀ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਅਗਲਾ ਹੈ ਜੀ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਸੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। 14 ਸਾਲ ਤੋਂ ਘੱਟ ਉਮਰ ਦਾ ਬੱਚਾ ਕਿਸੇ ਵੀ ਫੈਕਟਰੀ ਦੇ ਵਿੱਚ ਐਮਪਲੋਇਮੈਂਟ ਨਹੀਂ ਕਰ ਸਕਦਾ। ਅੱਗੇ ਹੈ ਜੀ, ਡੈਸ਼ ਇੱਕ ਇਲਾਕਾ ਹੈ ਜੋ ਖਾਸ ਭਾਈਚਾਰੇ ਦੇ ਮੈਂਬਰਾਂ ਦੁਆਰਾ ਵੱਡੇ ਪੱਧਰ ਤੇ ਵਸਿਆ ਹੋਇਆ ਹੈ। ਆਪਸ਼ਨ ਹਨ ਗੈਟੋ, ਆਦੀਵਾਸੀ, ਘੱਟ ਗਿਣਤੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਗੈਟੋ ਇੱਕ ਇਲਾਕਾ ਹੁੰਦਾ ਹੈ ਜੋ ਖਾਸ ਭਾਈਚਾਰੇ ਦੇ ਮੈਂਬਰਾਂ ਦੁਆਰਾ ਵੱਡੇ ਪੱਧਰ ਤੇ ਵਸਿਆ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਹਾਸ਼ੀਆਗਤ ਹੋਣ ਕਾਰਨ ਅਸਮਾਨਤਾਵਾਂ ਦਾ ਸਾਹਮਣਾ ਕਰ ਰਹੇ ਹਨ? ਆਪਸ਼ਨ ਹਨ ਦਲਿਤ, ਔਰਤਾਂ, ਆਦੀਵਾਸੀ ਜਾਂ ਉਪਰੋਕਤ ਸਾਰੇ। ਮਾਰਜਨਲਾਈਜੇਸ਼ਨ ਦੇ ਕਾਰਨ ਇਹ ਸਾਰੇ ਦਲਿਤ, ਔਰਤਾਂ, ਆਦੀਵਾਸੀ ਇਨਇਕੁਐਲਿਟੀ ਦਾ ਸਾਹਮਣਾ ਕਰ ਰਹੇ ਹਨ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦੀ ਕਿਹੜੀ ਧਾਰਾ ਛੂਆਛਾਤ ਦੇ ਖਾਤਮੇ ਬਾਰੇ ਦੱਸਦੀ ਹੈ? ਆਪਸ਼ਨ ਹਨ ਧਾਰਾ 16, ਧਾਰਾ 18, ਧਾਰਾ 28 ਜਾਂ ਧਾਰਾ 17। ਸੰਵਿਧਾਨ ਦੇ ਆਰਟੀਕਲ 17 ਅਨੁਸਾਰ ਛੂਤ-ਛਾਤ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਡੀ ਆਪਸ਼ਨ। ਅਗਲਾ ਪ੍ਰਸ਼ਨ ਹੈ, ਰੋਲਟ ਐਕਟ ਕਦੋਂ ਲਾਗੂ ਹੋਇਆ? ਆਪਸ਼ਨ ਹਨ 10 ਮਾਰਚ 1919, 10 ਜਨਵਰੀ 1918, 10 ਫਰਵਰੀ 1917 ਜਾਂ 20 ਅਪ੍ਰੈਲ 1920। ਭਾਰੀ ਵਿਰੋਧ ਦੇ ਬਾਵਜੂਦ ਰੋਲਟ ਐਕਟ 10 ਮਾਰਚ 1919 ਨੂੰ ਲਾਗੂ ਹੋ ਗਿਆ ਸੀ। ਅਗਲਾ ਪ੍ਰਸ਼ਨ ਹੈ, ਘਰੇਲੂ ਹਿੰਸਾ ਬਾਰੇ ਕਾਨੂੰਨ ਕਦੋਂ ਬਣਾਇਆ ਗਿਆ ਸੀ? ਆਪਸ਼ਨ ਹਨ 2005 ਦੇ ਵਿੱਚ, 2006 ਦੇ ਵਿੱਚ, 2007 ਦੇ ਵਿੱਚ ਜਾਂ 2008 ਦੇ ਵਿੱਚ। ਡੋਮੈਸਟਿਕ ਵਾਇਲੈਂਸ ਐਕਟ ਜਿਹੜਾ ਹੈ 2005 ਦੇ ਵਿੱਚ ਫਾਰਮੂਲੇਟ ਹੋਇਆ ਸੀ ਤੇ ਇਹ 26 ਅਕਤੂਬਰ 2006 ਨੂੰ ਲਾਗੂ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਸਮਾਜਿਕ ਵਿਗਿਆਨ ਨੂੰ ਪੜ੍ਹਾਉਣ ਵਿੱਚ ਇੱਕ ਏਕੀਕ੍ਰਿਤ ਪਹੁੰਚ ਕੀ ਹੈ? ਇੰਟੀਗ੍ਰੇਟਡ ਅਪਰੋਚ ਕੀ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਏਕੀਕ੍ਰਿਤ ਪਹੁੰਚ ਨੂੰ ਅਸੀਂ ਪਹਿਲਾਂ ਵੀ ਐਕਸਪਲੇਨ ਕੀਤਾ ਹੋਇਆ ਹੈ। ਇਹ ਹੁੰਦੀ ਹੈ ਜੀ, ਏਕੀਕ੍ਰਿਤ ਪਹੁੰਚ ਦੇ ਵਿੱਚ ਪਾਠਕ੍ਰਮ ਦੇ ਵਿੱਚ ਸਮਾਜਿਕ ਵਿਗਿਆਨ ਸਮੇਤ ਕਈ ਵਿਸ਼ਿਆਂ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਵਿਗਿਆਨ ਦਾ ਸਬਜੈਕਟ ਮੈਟਰ ਜਾਂ ਲਰਨਿੰਗ ਐਕਸਪੀਰੀਅੰਸ ਨੂੰ ਹੋਰ ਰਲਦੇ ਮਿਲਦੇ ਡਿਸਿਪਲਨ ਜਾਂ ਵਿਸ਼ਿਆਂ ਦੇ ਨਾਲ ਇਕੱਠੇ ਬੁਣਨਾ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਵਿਚ ਮੈਥਡ ਰਿਪਰੈਜ਼ੈਂਟ ਪ੍ਰੋਸੀਡਿੰਗ ਫਰੋਮ ਪਾਰਟੀਕੂਲਰ ਟੂ ਜਰਨਲ ਐਂਡ ਕੰਕਰੀਟ ਟੂ ਅਬਸਟਰੈਕਟ? ਕਿਹੜੀ ਵਿਧੀ ਵਿਸ਼ੇਸ਼ ਤੋਂ ਆਮ ਅਤੇ ਠੋਸ ਕੇਸਾਂ ਤੋਂ ਅਮੂਰਤ ਨਿਯਮਾਂ ਤੱਕ ਅੱਗੇ ਵਧਣ ਨੂੰ ਦਰਸਾਉਂਦੀ ਹੈ? ਅਸੀਂ ਇੰਡਕਟਿਵ ਮੈਥਡ ਬਾਰੇ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਇਹ ਪਾਰਟੀਕੂਲਰ ਟੂ ਜਰਨਲ ਤੇ ਕੰਕਰੀਟ ਟੂ ਅਬਸਟਰੈਕਟ ਜਿਹੜਾ ਹੈ ਇਹ ਵਿਧੀ ਹੁੰਦੀ ਹੈ ਜੀ ਇੰਡਕਟਿਵ ਮੈਥਡ ਆਫ ਟੀਚਿੰਗ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਆਖਰੀ ਕੁਐਸਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਸਮਾਜਿਕ ਵਿਗਿਆਨ ਦੀ ਸਿੱਖਿਆ ਲਈ ਅਨੁਸ਼ਾਸਨੀ ਪਹੁੰਚ ਦਾ ਦਾਅਵਾ ਕਰਨ ਦਾ ਫਾਇਦਾ ਕਿਸ ਤੋਂ ਨਹੀਂ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਡਿਸਿਪਲਿਨਰੀ ਅਪਰੋਚ ਸਬਜੈਕਟ ਬੇਸਡ ਹੈ, ਕਨਸੈਪਟ ਓਰੀਐਂਟਡ ਨਹੀਂ ਹੈ। ਇਹ ਅਪਰੋਚ ਕਹਿੰਦੀ ਹੈ ਕਿ ਸਮਾਜਿਕ ਵਿਗਿਆਨ ਡਿਫਰੈਂਟ ਫਰੋਮ ਅਦਰ ਡਿਸਿਪਲਨ ਜਿਵੇਂ ਮੈਥ, ਸਾਇੰਸ, ਲੈਂਗੁਏਜ, ਇਹਨਾਂ ਸਾਰੇ ਡਿਸਿਪਲਨ ਤੋਂ ਸਮਾਜਿਕ ਵਿਗਿਆਨ ਇੱਕ ਵੱਖਰਾ ਡਿਸਿਪਲਨ ਹੈ ਅਤੇ ਇਹਨੂੰ ਜੇਕਰ ਤੁਸੀਂ ਐਵੈਲੂਏਟ ਕਰਨਾ, ਇਹਦੇ ਮੈਥਡ, ਕੰਟੈਂਟ, ਇਹਦੇ ਆਬਜੈਕਟਿਵ, ਇਹ ਸਾਰੇ ਵੱਖਰੇ ਹੋਣੇ ਚਾਹੀਦੇ ਨੇ। ਠੀਕ ਹੈ, ਇਹ ਜਿਹੜੀ ਹੈ ਇਹ ਪੁਰਾਣੀ ਅਪਰੋਚ ਹੈ। ਜਿਹੜੀ ਹੁਣ ਵਾਲੀ ਅਪਰੋਚ ਹੈ ਉਹ ਇੰਟਰ ਡਿਸਿਪਲਿਨਰੀ ਅਪਰੋਚ ਹੈ। ਇੱਥੇ ਦਿੱਤੇ ਹੋਏ ਆਪਸ਼ਨ ਦੇ ਵਿੱਚੋਂ ਜਿਹੜਾ ਸਭ ਤੋਂ ਲਾਸਟ ਵਾਲਾ ਆਪਸ਼ਨ ਹੈ, ਡੀ ਆਪਸ਼ਨ ਦੇ ਵਿੱਚ ਲਿਖਿਆ ਹੈ ਕਿ ਕਿਸੇ ਵਿਅਕਤੀ ਦੇ ਸਮਾਜਿਕ ਜੀਵਨ ਨਾਲ ਸੰਬੰਧਿਤ ਕਈ ਖੇਤਰਾਂ ਦੀਆਂ ਸਮੱਗਰੀਆਂ ਅਤੇ ਅਨੁਭਵਾਂ ਦਾ ਸਹੀ ਇੰਟੀਗ੍ਰੇਸ਼ਨ ਕਰਨ ਦੇ ਵਿੱਚ ਇਹ ਮਦਦ ਕਰਦੀ ਹੈ ਡਿਸਿਪਲਿਨਰੀ ਅਪਰੋਚ। ਪਰ ਇਸ ਤਰ੍ਹਾਂ ਨਹੀਂ ਹੈ, ਇਹ ਕਥਨ ਗਲਤ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਡੀ। ਇਸ ਦੇ ਨਾਲ ਹੀ ਅਸੀਂ ਇਹ ਜਿਹੜਾ ਪੰਜਾਬ ਟੈਟ ਦਾ 2023 ਦੇ ਵਿੱਚ ਪੇਪਰ ਕੈਂਸਲ ਹੋ ਗਿਆ ਸੀ ਉਹਨੂੰ ਪੂਰਾ ਦਾ ਪੂਰਾ ਸੋਲਵ ਕਰ ਲਿਆ। ਇਸ ਪੇਪਰ ਦੇ ਵਿੱਚ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਨਵੇਂ ਪੁੱਛੇ ਗਏ ਅਤੇ ਬਹੁਤ ਸਾਰੇ ਕੁਐਸਚਨ NCERT ਦੀ ਬੁੱਕ ਤੋਂ ਐਜ ਇਟ ਇਜ਼ ਸਿੱਧੇ ਪੁੱਛੇ ਗਏ। ਇਸ ਕਰਕੇ ਤੁਸੀਂ 6ਵੀਂ 7ਵੀਂ 8ਵੀਂ ਦੀ NCERT ਦੀ ਜਿਹੜੀ ਸਮਾਜਿਕ ਸਿੱਖਿਆ ਦੀ ਬੁੱਕ ਹੈ, ਨਵੀਂ ਲੈ ਲਓ ਪੁਰਾਣੀ ਲੈ ਲਓ,
ਪਰ ਇੱਕ ਵਾਰ ਤੁਸੀਂ ਪੀਏ ਟੈਟ ਦੇ ਸਿਲੇਬਸ ਦੇ ਨਾਲ ਚੈੱਕ ਕਰ ਲਿਓ। ਨਵੀਂ ਲੈ ਲਓਗੇ ਤਾਂ ਬਹੁਤ ਵਧੀਆ, ਬੈਟਰ ਹੈ, ਪਿਛਲੇ ਸਾਲ ਦੀ ਹੋਵੇ ਭਾਵੇਂ। ਉਹਦੇ ਨਾਲ ਤੁਸੀਂ ਦੇਖੋਗੇ ਤੁਸੀਂ ਵੀ ਜਿੰਨੇ ਵੀ ਕੁਐਸਚਨ ਨੇ ਇਹ ਡਿਟੋ ਪੂਰੀਆਂ ਲਾਈਨਾਂ ਚੁੱਕ ਕੇ NCERT ਦੀ ਬੁੱਕ ਤੋਂ ਇਹ ਕੁਐਸਚਨ ਜਿਹੜੇ ਨੇ ਬਣਾਏ ਗਏ ਨੇ। ਇਸ ਕਰਕੇ ਸਾਨੂੰ NCERT ਦੀ ਬੁੱਕ ਨੂੰ ਵੀ ਫੋਲੋ ਕਰਨਾ ਚਾਹੀਦਾ। ਪੈਡਾਗੋਗੀ ਦੇ ਕੁਐਸਚਨ ਜਿਹੜੇ ਨੇ ਉਹ ਇਹਨਾਂ ਪੇਪਰਾਂ ਦੇ ਵਿੱਚ ਜਿਹੜੇ ਆਏ ਨੇ, ਇਸ ਪੇਪਰ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਨੂੰ ਮੈਂ ਐਕਸਪਲੇਨ ਕੀਤਾ ਹੋਇਆ 1 2 3 ਆ ਤੀਸਰੀ ਵੀਡੀਓ ਹੈ। ਤੁਸੀਂ ਪਹਿਲੀਆਂ 2 ਵੀਡੀਓ ਜੇਕਰ ਨਹੀਂ ਦੇਖੀਆਂ ਤਾਂ ਤੁਸੀਂ ਦੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸਾਡੇ ਚੈਨਲ 'ਤੇ ਹੋਰ ਵੀ ਜਿਹੜੀਆਂ ਵੀਡੀਓਜ਼ ਨੇ ਉਹਨਾਂ ਸਾਰੀਆਂ ਵੀਡੀਓਜ਼ ਦੇ ਜਿਹੜੇ ਟੌਪਿਕ ਨੇ ਉਹਨਾਂ ਨੂੰ ਜ਼ਰੂਰ ਨੋਟ ਕਰੋ ਅਤੇ ਉਹਨਾਂ ਟੌਪਿਕ ਦੇ ਨਾਲ ਰਿਲੇਟਡ ਜਿੰਨਾ ਵੀ ਸਬਜੈਕਟ ਮੈਟਰ ਤੁਸੀਂ ਪੜ੍ਹ ਸਕਦੇ ਹੋ ਉਹਨੂੰ ਪੜ੍ਹੋ, ਕਿਉਂਕਿ ਮੈਂ ਮੋਸਟਲੀ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਕੁਐਸਚਨ ਆਏ ਨੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ, ਤਦ ਤੱਕ ਦੇ ਲਈ ਧੰਨਵਾਦ। ਆਲ ਦੀ ਬੈਸਟ ਫਾਰ ਦਾ ਐਗਜ਼ਾਮ।